ਸਾਰੀ ਦੁਨੀਆ 'ਚ ਵਸਦੇ ਮਸੀਹ ਪਰਿਵਾਰਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਪੰਜਾਬ ਦੀ ਧਰਤੀ ਤੇ ਜਲੰਧਰ ਸ਼ਹਿਰ ਦੇ ਪਿੰਡ ਖਾਂਬਰਾ, ਜੋ ਕਿ ਨਕੋਦਰ ਰੋਡ ਤੇ ਸਥਿਤ ਹੈ, ਵਿੱਚ ਪ੍ਰਭੂ ਯੀਸ਼ੂ ਮਸੀਹ ਜੀ ਦਾ ਪਵਿੱਤਰ ਭਵਨ ਹੈ, ਜਿਸ ਦਾ ਨਾਂ ਦੀ ਚਰਚ ਆਫ ਸਾਇੰਸ ਐਂਡ ਵੰਡਰਸ ਹੈ, ਜਿੱਥੇ ਪਰਮੇਸ਼ਵਰ ਦੇ ਦਾਸ ਪਾਸਟਰ ਅੰਕੁਰ ਨਰੂਲਾ ਜੀ ਆਈ ਹੋਈ ਸੰਗਤ ਨੂੰ ਪ੍ਰਭੂ ਯੀਸ਼ੂ ਮਸੀਹ ਜੀ ਦੇ ਵਚਨਾਂ ਨੂੰ ਸੁਣਾਉਂਦੇ ਹਨ ਅਤੇ ਸਾਰੀ ਦੁਨੀਆ ਦੇ ਲੋਕ ਭਾਰੀ ਗਿਣਤੀ ਵਿੱਚ ਇਸ ਪਵਿੱਤਰ ਭਵਨ ਵਿੱਚ ਆ ਕੇ ਪ੍ਰਭੂ ਯੀਸ਼ੂ ਮਸੀਹ ਜੀ ਕੋਲੋਂ ਬਰਕਤਾਂ ਹਾਸਲ ਕਰਦੇ ਹਨ ਅਤੇ ਪਾਸਟਰ ਅੰਕੁਰ ਨਰੂਲਾ ਜੀ ਪਵਿੱਤਰ ਆਤਮਾ ਜੀ ਦੀ ਅਗਵਾਈ ਨਾਲ ਆਈ ਹੋਈ ਸੰਗਤ ਲਈ ਪ੍ਰਾਰਥਨਾਵਾਂ ਕਰਦੇ ਹਨ। ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਪ੍ਰੇਰਿਤ ਅੰਕੁਰ ਨਰੂਲਾ ਤੁਹਾਡਾ ਸਵਾਗਤ ਕਰਦਾ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ। ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਜਿਹਦਾ ਨਾਮ ਹੈ ਜੀਵਨ ਦੀਆਂ ਗੱਲਾਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿਉਂ ਇਹ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਕਰ ਰਹੇ ਹਾਂ। ਜਿਸ ਤਰ੍ਹਾਂ ਬਾਈਬਲ 'ਚ ਲਿਖਿਆ ਕਿ ਪਰਮੇਸ਼ਵਰ ਆਪਣੇ ਵਚਨ ਨੂੰ ਭੇਜ ਕੇ ਆਪਣੇ ਲੋਕਾਂ ਨੂੰ ਚੰਗਾ ਕਰਦੇ ਨੇ। ਅਸੀਂ ਸਭ ਜਾਣਦੇ ਹਾਂ ਕਿ ਬਾਈਬਲ 'ਚ ਲਿਖਿਆ ਪਰਮੇਸ਼ਵਰ ਨੇ ਕਿਹਾ ਕਿ ਧਰਤੀ ਦੇ ਉੱਤੇ ਆਸਮਾਨ ਦੇ ਨੀਚੇ ਕੋਈ ਨਾਮ ਨਹੀਂ ਜਿਹੜਾ ਯੀਸ਼ੂ ਨਾਮ ਤੋਂ ਵੱਡਾ ਹੋਏ। ਅਸੀਂ ਸਭ ਜਾਣਦੇ ਹਾਂ ਕਿ ਸਭ ਤੋਂ ਵੱਡਾ ਨਾਮ ਜਿਹੜਾ ਉਹ ਸਾਨੂੰ ਦਿੱਤਾ ਗਿਆ ਯੀਸ਼ੂ ਨਾਮ ਹੈ। ਪਰ ਬਾਈਬਲ 'ਚ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਲਿਖਿਆ, ਪਿਤਾ ਨੇ ਕਿਹਾ ਕਿ ਮੇਰੇ ਨਾਮ ਤੋਂ ਵੱਡੀ ਜਿਹੜੀ ਚੀਜ਼ ਧਰਤੀ ਦੇ ਉੱਤੇ ਹੈ ਉਹ ਮੇਰਾ ਜੀਵਿਤ ਵਚਨ ਹੈ। ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਇੱਕ ਹੀ ਮਕਸਦ ਹੈ ਕਿ ਪਰਮੇਸ਼ਵਰ ਦੇ ਜਿਹੜੇ ਲੋਕ ਨੇ ਉਹ ਵਚਨ ਦੇ ਜਾਣਕਾਰ ਹੋ ਜਾਣ, ਕਿਉਂਕਿ ਬਾਈਬਲ 'ਚ ਲਿਖਿਆ ਉਹ ਆਪਣਾ ਵਚਨ ਭੇਜ ਕੇ ਆਪਣੇ ਲੋਕਾਂ ਨੂੰ ਚੰਗਾ ਕਰਦਾ। ਜਿਸ ਤਰ੍ਹਾਂ ਅਸੀਂ ਜਦੋਂ ਮੂਸਾ ਦੀ ਪੁਸਤਕ ਨੂੰ ਪੜ੍ਹਦੇ ਹਾਂ, ਮੂਸਾ ਦੀਆਂ 5 ਕਿਤਾਬਾਂ ਨੂੰ ਪੜ੍ਹਦੇ ਹਾਂ, ਤੇ ਉਹਦੇ 'ਚ ਲਿਖਿਆ ਕਿ ਜਦ ਵੀ ਇਜ਼ਰਾਈਲੀ ਲੋਕ ਕਿਸੇ ਪ੍ਰੋਬਲਮ ਦੇ ਵਿੱਚ, ਕਿਸੇ ਸਮੱਸਿਆ ਦੇ ਵਿੱਚ, ਦੁੱਖਾਂ ਦੇ ਵਿੱਚ ਪਏ ਤਾਂ ਪਰਮੇਸ਼ਵਰ ਨੇ ਹਮੇਸ਼ਾ ਆਪਣੇ ਵਚਨ ਨੂੰ ਭੇਜ ਕੇ ਹੀ ਆਪਣੇ ਲੋਕਾਂ ਨੂੰ ਚੰਗਾ ਕੀਤਾ। ਜਿਸ ਤਰ੍ਹਾਂ ਇੱਕ ਜਗ੍ਹਾ ਅਗਰ ਪਾਣੀ ਕੋੜਾ ਸੀ ਤੇ ਪਰਮੇਸ਼ਵਰ ਨੇ ਮੂਸਾ ਨੂੰ ਕਿਹਾ ਕਿ ਆਹ ਵਾਲਾ ਬੂਟਾ ਲੈ ਕੇ, ਪੇੜ ਲੈ ਕੇ ਉਹਨੂੰ ਕੱਟ ਕੇ ਤੇ ਪਾਣੀ 'ਚ ਪਾ ਦਿੱਤਾ ਜਾਵੇ ਤੇ ਮੇਰੇ ਲੋਕ ਜਿਹੜੇ ਆ ਉਹ ਚੰਗੇ ਹੋ ਜਾਣਗੇ, ਮੇਰਾ ਪਾਣੀ ਚੰਗਾ ਹੋ ਜਾਏਗਾ, ਲੋਕਾਂ ਨੂੰ ਮੁਸੀਬਤਾਂ ਤੋਂ ਛੁਟਕਾਰਾ ਮਿਲ ਜਾਏਗਾ। ਅਸੀਂ ਬਾਈਬਲ 'ਚ ਇੱਕ ਗੱਲ ਪੜ੍ਹਦੇ ਹਾਂ ਕਿ ਜੋ ਕੁਝ ਵੀ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਦਿੱਤਾ ਉਹ ਵਚਨ ਦੇ ਦੁਆਰਾ ਦਿੱਤਾ। ਇਹੀ ਸਾਡਾ ਮਕਸਦ ਹੈ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ, ਕਿ ਲੋਕ ਘਰ ਬੈਠ ਕੇ ਹੀ ਪਰਮੇਸ਼ਵਰ ਦੇ ਵਚਨ ਦੇ ਜਾਣਕਾਰ ਹੋਣ ਔਰ ਪਰਮੇਸ਼ਵਰ ਦੇ ਵਚਨ ਨੂੰ ਚੰਗੀ ਤਰ੍ਹਾਂ ਜਾਣਦੇ ਹੋਣ। ਪਰਮੇਸ਼ਵਰ ਤੁਹਾਡੀ ਜ਼ਰੂਰਤਾਂ ਦੇ ਹਿਸਾਬ ਦੇ ਨਾਲ ਕੰਮ ਨਹੀਂ ਕਰਦੇ। ਬਾਈਬਲ 'ਚ ਲਿਖਿਆ ਉਹ ਤੁਹਾਡੇ ਵਿਸ਼ਵਾਸ ਦੇ ਅਨੁਸਾਰ ਕੰਮ ਕਰਦੇ ਨੇ। ਅਗਰ ਇੱਕ ਵਿਅਕਤੀ ਬਿਮਾਰ ਹੈ ਤੇ ਬਾਈਬਲ 'ਚ ਲਿਖਿਆ ਯੀਸ਼ੂ ਮਸੀਹ ਦੇ ਕੋੜੇ ਖਾਣ ਦੇ ਨਾਲ ਤੁਸੀਂ ਚੰਗੇ ਹੋ ਚੁੱਕੇ ਹੋ। ਚਾਹੇ ਉਹ ਕ੍ਰਿਸਚਨ ਹੈ ਚਾਹੇ ਉਹ ਨਹੀਂ, ਪਰ ਅਗਰ ਉਹਨੂੰ ਇਹ ਨਹੀਂ ਪਤਾ ਕਿ ਬਾਈਬਲ 'ਚ ਕਿੱਥੇ ਲਿਖਿਆ ਔਰ ਕੀ ਇਹ ਲਿਖਿਆ ਵਚਨ ਕਿ ਯੀਸ਼ੂ ਦੇ ਕੋੜੇ ਖਾਣ ਨਾਲ ਮੈਂ ਚੰਗਾ ਹੋ ਚੁੱਕਾ, ਤੇ ਹੋ ਸਕਦਾ ਉਹ ਵਿਅਕਤੀ ਸਾਰੀ ਉਮਰ ਬਿਮਾਰ ਰਹੇ, ਚਾਹੇ ਉਹ ਮਸੀਹ ਨੂੰ ਜਾਣਦਾ, ਚਾਹੇ ਉਹ ਚਰਚ ਜਾਂਦਾ, ਚਾਹੇ ਉਹ ਕ੍ਰਿਸਚਨ ਹੈ, ਚਾਹੇ ਉਹ ਮਸੀਹੀ। ਇਹੀ ਮਕਸਦ ਹੈ ਇਸ ਪ੍ਰੋਗਰਾਮ ਨੂੰ, ਜੀਵਨ ਦੀਆਂ ਗੱਲਾਂ ਨੂੰ ਸ਼ੁਰੂ ਕਰਨ ਦਾ, ਕਿ ਜਿਹੜੇ ਪਰਮੇਸ਼ਵਰ ਦੇ ਲੋਕ ਨੇ, ਬਾਈਬਲ 'ਚ ਲਿਖਿਆ ਯੀਸ਼ੂ ਮਸੀਹ ਨੇ, ਪਰਮੇਸ਼ਵਰ ਨੇ ਕਿਹਾ, ਪਿਤਾ ਨੇ ਕਿਹਾ ਕਿ ਮੇਰੇ ਲੋਕ ਗਿਆਨ ਤੋਂ ਬਿਨਾਂ ਨਾਸ਼ ਹੋ ਰਹੇ, ਮੇਰੀ ਪ੍ਰਜਾ ਗਿਆਨ ਨਾ ਹੋਣ ਦੇ ਕਰਕੇ ਨਾਸ਼ ਹੋ ਰਹੀ, ਗਿਆਨ ਨਾ ਹੋਣ ਦੇ ਕਰਕੇ ਮੇਰੀ ਪ੍ਰਜਾ ਬੰਦੁਆਈ ਦੇ ਵਿੱਚ ਜਾ ਰਹੀ। ਇਸ ਲਈ ਅੱਜ ਮੇਰੀ ਪ੍ਰਾਰਥਨਾ ਹੈ ਕਿ ਪਵਿੱਤਰ ਆਤਮਾ ਤੁਹਾਨੂੰ ਛੂਏ ਜਦੋਂ ਤੁਸੀਂ ਇਸ ਵਚਨ ਨੂੰ ਸੁਣੋ, ਔਰ ਪਰਮੇਸ਼ਵਰ ਆਪਣੇ ਵਚਨ ਨੂੰ ਭੇਜੇ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ, ਤੁਹਾਡੇ ਪਰਿਵਾਰਾਂ ਨੂੰ, ਤੁਹਾਡੇ ਸਰੀਰਾਂ ਨੂੰ, ਤੁਹਾਡੇ ਦਿਮਾਗਾਂ ਨੂੰ, ਤੁਹਾਡੀਆਂ ਆਤਮਾਵਾਂ ਨੂੰ ਆਜ਼ਾਦ ਕਰਨ ਦੇ ਲਈ। ਬਾਈਬਲ 'ਚ ਲਿਖਿਆ ਉਹ ਆਪਣੇ ਵਚਨ ਨੂੰ ਭੇਜ ਕੇ ਚੰਗਾ ਕਰਦਾ, ਔਰ ਮੇਰਾ ਇਹ ਵਿਸ਼ਵਾਸ ਹੈ ਕਿ ਅੱਜ ਦਾ ਵਚਨ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਤੁਹਾਡੀ ਜ਼ਿੰਦਗੀ 'ਚ ਚੰਗਿਆਈ ਨੂੰ ਲੈ ਕੇ ਆਉਣ ਦੇ ਲਈ। ਆਮੀਨ। ਬਾਈਬਲ 'ਚ ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ, ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਦੇਵਾਂਗਾ ਕਿ ਕਿਉਂ ਪਰਮੇਸ਼ਵਰ ਦਾ ਵਚਨ ਪੜ੍ਹਨਾ ਔਰ ਸੁਣਨਾ ਜ਼ਰੂਰੀ ਹੈ, ਤਾਂ ਕਿ ਪਰਮੇਸ਼ਵਰ ਸਾਡੇ ਤੇ ਦਇਆ ਕਰ ਸਕੇ। ਜਦੋਂ ਅਸੀਂ ਜੱਜ ਦੇ ਕੋਲ ਜਾਂਦੇ ਹਾਂ, ਅਸੀਂ ਵਕੀਲ ਕਰਦੇ ਹਾਂ, ਤੇ ਵਕੀਲ ਜੱਜ ਨੂੰ ਇਹ ਕਹਿੰਦਾ ਹੈ ਕਿ ਜੱਜ ਸਾਹਿਬ, ਜਿਹੜਾ ਮੇਰਾ ਕਲਾਇੰਟ ਹੈ ਇਹ ਆਪਣੀ ਮਾਂ ਦਾ ਇਕਲੌਤਾ ਬੇਟਾ ਹੈ, ਇਹਦਾ ਪਿਤਾ ਹੈ ਨਹੀਂ ਗਾ, ਇਹਦੀ ਇੱਕੋ ਹੀ ਭੈਣ ਹੈ, ਇਹ ਆਪਣੀ ਭੈਣ ਦਾ ਇਕਲੌਤਾ ਭਰਾ ਹੈ, ਜੇ ਤੁਸੀਂ ਇਹਨੂੰ ਜੇਲ੍ਹ ਕਰ ਦੋਗੇ ਤਾਂ ਇਹ ਪੂਰਾ ਪਰਿਵਾਰ ਖਤਮ ਹੋ ਜਾਏਗਾ। ਕਿ ਜੱਜ ਇਸ ਬੇਸ ਤੇ ਉਹਨੂੰ ਜ਼ਮਾਨਤ ਦੇ ਦਿੰਦਾ ਜਾਂ ਉਹਨੂੰ ਸਜ਼ਾ ਤੋਂ ਛੁਟਕਾਰਾ ਦੇ ਦਿੰਦਾ, ਜਾਂ ਜਦੋਂ ਵਕੀਲ ਇਹ ਕਵੇ ਕਿ ਜੱਜ ਸਾਹਿਬ ਇਹ ਇਹਦੇ ਸਬੂਤ ਨੇ ਕਿ ਇਸ ਅਪਰਾਧ ਦੇ ਵਿੱਚ ਸ਼ਾਮਿਲ ਨਿਗਾ, ਇਹਨੂੰ ਛੱਡਿਆ ਜਾਵੇ, ਕਿਉਂਕਿ ਸੰਵਿਧਾਨ ਦੇ ਵਿੱਚ ਇਹ ਲਿਖਿਆ ਕਿ ਆਹ ਸਬੂਤ, ਜੋ ਵੀ ਉਹ ਸਬੂਤ ਦਿਖਾਉਂਦਾ ਹੈ, ਫਿਰ ਜੱਜ ਇਹ ਨਹੀਂ ਦੇਖਦਾ ਕਿ ਇਹ ਆਪਣੀ ਮਾਤਾ ਦਾ ਇਕਲੌਤਾ ਹੈ ਜਾਂ ਆਪਣੀ ਭੈਣ ਦਾ ਇਕਲੌਤਾ ਹੈ, ਕਿ ਇਹਦੇ ਪਰਿਵਾਰ ਨੂੰ ਇਹਦੀ ਬਹੁਤ ਲੋੜ ਹੈ, ਅਗਰ ਇਹ ਨਾ ਗਿਆ ਪਰਿਵਾਰ 'ਚ ਤਾਂ ਪਰਿਵਾਰ ਦੇ ਧੱਕੇ ਖਾਏਗਾ ਔਰ ਮਰ ਜਾਏਗਾ। ਜੱਜ ਸਿਰਫ ਸਬੂਤ ਦੇਖਦਾ।
ਉਸੇ ਤਰ੍ਹਾਂ ਬਾਈਬਲ 'ਚ ਲਿਖਿਆ ਪਰਮੇਸ਼ਵਰ ਤੁਹਾਡੀਆਂ ਜ਼ਰੂਰਤਾਂ ਨੂੰ ਨਹੀਂ ਦੇਖਦਾ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਆ, ਉਹ ਇਹ ਦੇਖਦਾ ਕਿ ਤੁਸੀਂ ਪਰਮੇਸ਼ਵਰ ਦੇ ਕੋਲ ਕਿਸ ਤਰ੍ਹਾਂ ਆਏ ਹੋ। ਇੱਕ ਬਿਮਾਰ ਨੂੰ ਕੀ ਹੈ ਪਤਾ ਹੈ ਕਿ ਪਰਮੇਸ਼ਵਰ ਦੇ ਕੋੜੇ ਖਾਣ ਨਾਲੋਂ ਚੰਗਾ ਹੋ ਚੁੱਕਾ, ਕਿ ਦੁਸ਼ਟ ਆਤਮਾ ਵਾਲੇ ਨੂੰ ਪਤਾ ਹੈ ਕਿ ਪਰਮੇਸ਼ਵਰ ਨੇ ਬਾਈਬਲ 'ਚ ਲਿਖਿਆ ਕਿ ਉਹਨੇ ਸ਼ੈਤਾਨ ਦੇ ਸਾਰੇ ਕੰਮਾਂ ਨੂੰ ਨਾਸ਼ ਕਰ ਦਿੱਤਾ ਜਦੋਂ ਕਰੂਸ ਤੇ ਮਾਰਿਆ ਗਿਆ, ਗਾੜਿਆ ਗਿਆ, ਔਰ ਤੀਜੇ ਦਿਨ ਜਦ ਮੁਰਦਿਆਂ ਤੋਂ ਜੀ ਉੱਠਿਆ, ਉਹਨੇ ਸ਼ੈਤਾਨ ਦੀ ਪਾਵਰ ਤੇ ਫਤਹ, ਮੌਤ ਤੇ ਫਤਹ ਪਾ ਕੇ ਜੀ ਉੱਠਿਆ। ਔਰ ਅੱਜ ਵਿਸ਼ਵਾਸੀ ਦੇ ਅੰਦਰ ਕਿਹੜੇ-ਕਿਹੜੇ ਅਧਿਕਾਰ ਨੇ ਉਸ ਫਤਹ ਪਾਉਣ ਦੇ ਨਾਲ। ਇੱਕ ਛੋਟਾ ਜਿਹਾ ਮੈਂ ਤੁਹਾਨੂੰ ਐਗਜ਼ਾਮਪਲ ਦਵਾਂਗਾ ਬਾਈਬਲ ਦੇ ਵਿੱਚ ਕਿ ਕਿਉਂ ਵਚਨ ਜ਼ਰੂਰੀ ਹੈ, ਕਿਉਂ ਪਰਮੇਸ਼ਵਰ ਦਾ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਹੋਣਾ ਜ਼ਰੂਰੀ ਹੈ। ਜਿਸ ਤਰ੍ਹਾਂ ਅਸੀਂ ਰਸੂਲਾਂ ਦੇ ਕਰਤੱਵ ਉਹਦੀ 2 ਬਾਬ ਉਹਦੀ 1 ਅਧਿਆਇ ਤੋਂ ਪੜ੍ਹਦੇ ਹਾਂ ਤੇ ਲਿਖਿਆ ਜਦ ਪੈਂਟੀਕੋਸ ਦਾ ਦਿਨ ਆਇਆ ਤਾਂ ਸਾਰੇ ਇੱਕ ਥਾਂ ਇਕੱਠੇ ਸਨ ਤੇ ਏਕਾ-ਏਕ ਆਕਾਸ਼ ਦੇ ਵਿੱਚੋਂ ਇੱਕ ਵੱਡੀ ਹਨੇਰੀ ਦਾ ਸ਼ਬਦ ਹੋਇਆ ਅਤੇ ਸਾਰਾ ਘਰ ਜਿੱਥੇ ਉਹ ਬੈਠੇ ਸਨ ਗੂੰਜ ਗਿਆ ਤੇ ਅੱਗ ਦੀਆਂ ਜੀਭਾਂ ਫਟਦੀਆਂ ਹੋਈਆਂ ਉਹਨਾਂ ਨੂੰ ਦਿਖਾਈ ਦਿੱਤੀਆਂ ਤੇ ਉਹਨਾਂ ਹਰ ਇੱਕ ਉੱਤੇ ਆ ਠਹਿਰੀਆਂ ਤੇ ਉਹ ਪਵਿੱਤਰ ਆਤਮਾ ਦੇ ਨਾਲ ਭਰ ਗਏ ਔਰ ਜਿਸ ਤਰ੍ਹਾਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਦੀ ਸਾਮਰਥ ਦਿੱਤੀ, ਉਹ ਅੰਨੇ ਭਾਸ਼ਾਵਾਂ ਬੋਲਣ ਲੱਗ ਗਏ। ਜਦੋਂ ਅਸੀਂ ਇਹ ਵਚਨ ਪੜ੍ਹਦੇ ਹਾਂ ਤੇ ਲਿਖਿਆ ਆਕਾਸ਼ ਦੇ ਨੀਚੇ ਦੀ ਹਰ ਜਾਤੀ ਵਿੱਚੋਂ ਭਗਤ ਯਹੂਦੀ ਯਰੂਸ਼ਲਮ 'ਚ ਰਹਿ ਰਹੇ ਸਨ। ਜਦ ਇਹ ਸ਼ਬਦ ਹੋਇਆ ਤੇ ਭੀੜ ਲੱਗ ਗਈ, ਲੋਕ ਘਬਰਾ ਗਏ ਕਿਉਂਕਿ ਹਰ ਇੱਕ ਨੂੰ ਇਹੀ ਸੁਣਦਾ ਸੀ ਕਿ ਇਹ ਮੇਰੀ ਹੀ ਭਾਸ਼ਾ 'ਚ ਬੋਲ ਰਹੇ ਹਨ। ਅਸੀਂ ਬਾਈਬਲ 'ਚ ਦੇਖਦੇ ਹਾਂ ਕਿ ਪੈਂਟੀਕੋਸ ਦੇ ਤਿਉਹਾਰ ਨੂੰ ਮਨਾਉਣ ਦੇ ਲਈ ਬਹੁਤ ਸਾਰੇ ਦੁਨੀਆ ਤੋਂ ਲੋਕ ਜਿਹੜੇ ਸਨ ਉਹ ਯਰੂਸ਼ਲਮ 'ਚ ਇਕੱਠੇ ਸਨ ਤੇ ਉੱਥੇ ਚੇਲੇ ਵੀ ਸਨ ਜਿਹੜੇ ਪ੍ਰਾਰਥਨਾ ਕਰ ਰਹੇ ਸੀ। ਤੇ ਲਿਖਿਆ ਜਦੋਂ ਇੱਕ ਜਗ੍ਹਾ ਤੇ ਬੈਠ ਕੇ ਪ੍ਰੇਅਰ ਕਰ ਰਹੇ ਸੀ ਤੇ ਪੂਰਾ ਘਰ ਗੂੰਜ ਗਿਆ ਤੇ ਪਵਿੱਤਰ ਆਤਮਾ ਨਾਲ ਭਰ ਗਏ। ਜਦ ਅੰਨੇ ਭਾਸ਼ਾਵਾਂ ਬੋਲਣ ਲੱਗੇ ਤੇ ਲੋਕਾਂ ਨੇ ਕਿਹਾ ਕਿ ਇਹਨਾਂ ਨੇ ਸ਼ਰਾਬ ਪੀਤੀ। ਔਰ ਲਿਖਿਆ ਜਦੋਂ ਤੁਸੀਂ ਅੱਗੇ ਪੜ੍ਹਦੇ ਹੋ ਲਿਖਿਆ ਉਹ ਪਰਮੇਸ਼ਵਰ ਦੇ ਵੱਡੇ ਕੰਮਾਂ ਦੀਆਂ ਚਰਚਾ ਸੁਣਦੇ ਸਨ ਉਹਨਾਂ ਦੇ ਮੂੰਹ ਦੇ ਵਿੱਚੋਂ ਜਿਹੜੇ ਗੈਰ ਭਾਸ਼ਾ ਬੋਲ ਰਹੇ ਸਨ ਤੇ ਸਾਰੇ ਹੈਰਾਨ ਹੋ ਕੇ ਇੱਕ ਦੂਜੇ ਨੂੰ ਕਹਿਣ ਲੱਗੇ ਇਹ ਕੀ ਹੋ ਰਿਹਾ। ਪਰੰਤੂ ਦੂਸਰਿਆਂ ਨੇ ਮਜ਼ਾਕ ਕਰਕੇ ਕਿਹਾ ਕਿ ਇਹ ਕੋਈ ਨਵੀਂ ਸ਼ਰਾਬ ਦੇ ਨਸ਼ੇ 'ਚ ਚੂਰ ਹਨ। ਤੇ ਲਿਖਿਆ 14 ਆਇਤ ਦੇ ਵਿੱਚ ਤੇ ਪਤਰਸ ਉਹਨਾਂ 11 ਦੇ ਨਾਲ ਖੜਾ ਹੋਇਆ ਤੇ ਉੱਚੇ ਸ਼ਬਦ ਦੇ ਨਾਲ ਕਹਿਣ ਲੱਗਾ ਹੇ ਯਹੂਦੀਓ ਤੇ ਯਰੂਸ਼ਲਮ ਦੇ ਸਾਰੇ ਰਹਿਣ ਵਾਲਿਓ, ਇਹ ਜਾਣ ਲਵੋ ਤੇ ਕੰਨ ਲਗਾ ਕੇ ਮੇਰੀਆਂ ਗੱਲਾਂ ਨੂੰ ਸੁਣੋ। ਜਿਸ ਤਰ੍ਹਾਂ ਤੁਸੀਂ ਸਮਝ ਰਹੇ ਹੋ ਕਿ ਇਹ ਲੋਕ ਨਸ਼ੇ 'ਚ ਨਹੀਂ ਹਨ ਕਿਉਂਕਿ ਹਲੇ ਦਿਨ ਚੜ੍ਹਿਆ। ਇਹ ਉਹ ਗੱਲ ਹੈ ਜਿਹੜੀ ਪੂਰੀ ਹੋਈ ਹੈ ਜੋ ਯੋਏਲ ਭਵਿੱਖਵਕਤਾ ਦੇ ਦੁਆਰਾ ਕਹੀ ਗਈ ਸੀ ਕਿ ਪਰਮੇਸ਼ਵਰ ਕਹਿੰਦਾ ਕਿ ਅੰਤਲੇ ਦਿਨਾਂ 'ਚ ਐਦਾਂ ਹੋਵੇਗਾ ਕਿ ਮੈਂ ਆਪਣਾ ਆਤਮਾ ਸਭ ਮਨੁੱਖਿਆਂ ਉੱਤੇ ਉੰਡੇਲਾਂਗਾ। ਤੁਹਾਡੇ ਬੇਟੇ ਤੁਹਾਡੀਆਂ ਬੇਟੀਆਂ ਭਵਿੱਖਬਾਣੀਆਂ ਕਰਨਗੀਆਂ, ਤੁਹਾਡੇ ਜਵਾਨ ਦਰਸ਼ਨ ਦੇਖਣਗੇ, ਤੁਹਾਡੇ ਪੁਰਨੀਏ ਜਿਹੜੇ ਨੇ ਉਹ ਸੁਪਨ ਦੇਖਣਗੇ। ਹਾਲੇਲੂਇਆ। ਜਦੋਂ ਅਸੀਂ ਗਵਾਹੀਆਂ ਸੁਣਦੇ ਹਾਂ ਲੋਕਾਂ ਦੀਆਂ ਕਿ ਪਰਮੇਸ਼ਵਰ ਨੇ ਮੇਰੀ ਜ਼ਿੰਦਗੀ 'ਚ ਇਹ ਕੰਮ ਕਰ ਦਿੱਤਾ, ਅਸੀਂ ਚਰਚ ਦੇ ਵਿੱਚ ਖਾਂਬਰਾ ਚਰਚ ਦੇ ਵਿੱਚ ਵੀ ਬਹੁਤ ਸਾਰੀਆਂ ਗਵਾਹੀਆਂ ਸੁਣਦੇ ਹਾਂ। ਮੈਂ ਲੋਕਾਂ ਨੂੰ ਇੱਕ ਗੱਲ ਦੱਸਦਾ ਕਿ ਇਕੱਲੀਆਂ ਗਵਾਹੀਆਂ ਨਾ ਸੁਣੋ, ਉਹਨਾਂ ਗਵਾਹੀਆਂ ਨੂੰ ਬਣਾਇਆ ਕਿੱਦਾਂ ਗਿਆ, ਪਰਮੇਸ਼ਵਰ ਨੇ ਕੀ ਉਹਦੀ ਲਾਈਫ 'ਚ ਕੀਤਾ ਜਾਂ ਉਸ ਵਿਅਕਤੀ ਨੇ ਪਰਮੇਸ਼ਵਰ ਦੇ ਅੱਗੇ ਕਿਸ ਤਰ੍ਹਾਂ ਪ੍ਰਾਰਥਨਾ ਕੀਤੀ, ਆਪਣੀ ਜ਼ਿੰਦਗੀ ਨੂੰ ਕਿਸ ਤਰੀਕੇ ਦੇ ਨਾਲ ਰੱਖਿਆ ਕਿ ਪਰਮੇਸ਼ਵਰ ਨੇ ਉਹਦੀ ਜ਼ਿੰਦਗੀ ਨੂੰ ਛੂਹਿਆ। ਅਸੀਂ ਇਹ ਜਦੋਂ ਵੀ ਇਹ ਹਿੱਸਾ ਪੜ੍ਹਦੇ ਹਾਂ ਤੇ ਲਿਖਿਆ ਕਿ 120 ਲੋਕ ਇਕੱਠੇ ਸਨ ਤੇ ਪਵਿੱਤਰ ਆਤਮਾ ਉਤਰਿਆ। ਉਹਨਾਂ ਲੋਕਾਂ ਤੇ ਕਿਉਂ ਉਤਰਿਆ, ਬਾਕੀਆਂ ਤੇ ਕਿਉਂ ਨਹੀਂ ਉਤਰਿਆ? ਇਹਦਾ ਸਾਨੂੰ ਭੇਦ ਕਿੱਥੇ ਮਿਲਦਾ? ਅੱਗੇ ਜਦੋਂ ਲੋਕਾਂ ਨੇ ਸੋਚਿਆ ਕਿ ਇਹ ਨਸ਼ੇ 'ਚ ਨੇ ਤੇ ਪਤਰਸ ਉੱਠ ਕੇ ਖੜਾ ਹੋ ਕੇ ਕਹਿੰਦਾ ਕਿ ਤੁਸੀਂ ਸਮਝ ਰਹੇ ਹੋ ਅਸੀਂ ਨਸ਼ੇ 'ਚ ਹਾਂ, ਅਸੀਂ ਨਸ਼ੇ 'ਚ ਨਿਗੇ। ਇਹ ਉਹ ਵਚਨ ਪੂਰਾ ਹੋਇਆ ਜਿਹੜਾ ਯੋਏਲ ਭਵਿੱਖਵਕਤਾ ਦੇ ਦੁਆਰਾ ਕਿਹਾ ਗਿਆ ਸੀ। ਇਹਦਾ ਮਤਲਬ ਕਿ ਪਤਰਸ ਜਦੋਂ ਪ੍ਰਾਰਥਨਾ ਕਰ ਰਿਹਾ ਸੀਗਾ ਉਹ ਯੋਏਲ ਦੀ ਪੁਸਤਕ ਪੁਰਾਣੇ ਨਿਯਮ 'ਚ ਅਸੀਂ ਜਦੋਂ ਪੜ੍ਹਦੇ ਹਾਂ ਲਿਖਿਆ ਯੋਏਲ 2:28 'ਚ ਲਿਖਿਆ ਉਹਨਾਂ ਗੱਲਾਂ ਤੋਂ ਬਾਅਦ ਮੈਂ ਸਭ ਪ੍ਰਾਣੀਆਂ ਉੱਤੇ ਆਪਣਾ ਆਤਮਾ ਉੰਡੇਲਾਂਗਾ, ਤੁਹਾਡੇ ਬੇਟੇ ਬੇਟੀਆਂ। ਉਹੀ ਵਚਨ ਜਿਹੜਾ ਪਤਰਸ ਨੇ ਰਸੂਲਾਂ ਦੇ ਕਰਤੱਵ 2:17 ਆਇਤ ਤੋਂ ਬੋਲਿਆ। ਯਾਨੀ ਪਤਰਸ ਜਦੋਂ ਪ੍ਰਾਰਥਨਾ ਕਰ ਰਿਹਾ ਸੀਗਾ ਉਹ ਪਰਮੇਸ਼ਵਰ ਦੇ ਵਚਨਾਂ ਤੋਂ ਪ੍ਰਾਰਥਨਾ ਕਰ ਰਿਹਾ ਸੀ ਕਿ ਪਰਮੇਸ਼ਵਰ ਕਿ ਤੂੰ ਬਾਈਬਲ 'ਚ ਲਿਖਿਆ ਕਿ ਅੰਤਲੇ ਦਿਨਾਂ ਦੇ ਵਿੱਚ ਮੈਂ ਆਪਣਾ ਆਤਮਾ ਸਭ ਮਨੁੱਖਿਆਂ ਉੱਤੇ ਉੰਡੇਲਾਂਗਾ। ਪਰਮੇਸ਼ਵਰ ਤੁਹਾਡੇ ਇਮੋਸ਼ਨਸ ਨੂੰ ਇਗਨੋਰ ਕਰ ਸਕਦਾ। ਜਿਹੜੀਆਂ ਪ੍ਰਾਰਥਨਾਵਾਂ ਤੁਸੀਂ ਭਾਵਨਾਵਾਂ ਦੇ ਵਿੱਚ ਹੋ ਕੇ ਕਰਦੇ ਹੋ ਉਹਨੂੰ ਇਗਨੋਰ ਕਰ ਸਕਦਾ, ਪਰ ਜਿਹੜੀ ਪ੍ਰਾਰਥਨਾ ਤੁਸੀਂ ਵਚਨ ਦੇ ਵਿੱਚੋਂ ਹੋ ਕੇ ਕਰੋਗੇ ਉਹ ਕਦੀ ਉਹਨੂੰ ਇਗਨੋਰ ਨਹੀਂ ਕਰ ਸਕਦਾ। ਪਤਰਸ ਨੇ ਵਚਨ 'ਚੋਂ ਪ੍ਰਾਰਥਨਾ ਕੀਤੀ ਔਰ ਕਿਹਾ ਕਿ ਪਰਮੇਸ਼ਵਰ ਤੁਸੀਂ ਆਖਿਆ ਕਿ ਅੰਤਲੇ ਦਿਨਾਂ 'ਚ ਇਦਾਂ ਹੋਵੇਗਾ, ਇਹ ਉਹੀ ਅੰਤਲੇ ਦਿਨ ਨੇ। ਅੱਜ ਸਾਨੂੰ ਤੁਹਾਡਾ ਵਚਨ ਪੂਰਾ ਹੁੰਦਾ ਦਿਖਣਾ ਚਾਹੀਦਾ ਪਰਮੇਸ਼ਵਰ। ਔਰ ਲਿਖਿਆ 120 ਲੋਕ ਜਦ ਪ੍ਰਾਰਥਨਾ ਕਰ ਰਹੇ ਸਨ ਵਚਨ ਦੇ ਵਿੱਚੋਂ ਹੋ ਕੇ ਤੇ ਪਵਿੱਤਰ ਆਤਮਾ ਉਤਰਿਆ ਔਰ ਲਿਖਿਆ ਉਹ ਸਭ ਗੈਰ ਭਾਸ਼ਾ ਦੇ ਵਿੱਚ ਬੋਲਣ ਲੱਗ ਗਏ। ਔਰ ਪਤਰਸ ਨੇ ਜਦੋਂ ਐਕਸਪਲੇਨ ਕੀਤਾ ਆਪਣੇ ਲੋਕਾਂ ਨੂੰ ਕਿ ਇਹ ਉਹ ਵਚਨ ਹੈ ਜਿਹੜਾ ਯੋਏਲ 2:28 'ਚ ਲਿਖਿਆ, ਜਿਹੜਾ ਅੱਜ ਤੁਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਪੂਰਾ ਹੁੰਦਾ ਦੇਖ ਰਹੇ ਹੋ। ਵਚਨ, ਜਦੋਂ ਵਚਨ ਦੇ ਵਿੱਚੋਂ ਪ੍ਰਾਰਥਨਾ ਕੀਤੀ, ਜਦੋਂ ਸਾਡਾ ਸੰਵਿਧਾਨ ਜਿਹੜਾ ਆਤਮਿਕ
ਖੜੇ ਹੋਣ ਦਾ ਸਥਾਨ ਜਿਹੜਾ ਉਹ ਬਾਈਬਲ ਆ, ਉਹ ਵਚਨ ਹੈ ਪਰਮੇਸ਼ਵਰ ਦਾ। ਲਿਖਿਆ ਜਦੋਂ ਵਚਨ ਦੇ ਵਿੱਚੋਂ ਕਿ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕੀਤੀ ਗਈ ਤੇ ਪਰਮੇਸ਼ਵਰ ਨੇ ਉਹਨਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਿਆ ਔਰ ਲਿਖਿਆ, ਆਪਣੀ ਆਤਮਾ ਨੂੰ ਉੰਡੇਲਿਆ। ਉਹਨੇ ਵਚਨ ਦੇ ਵਿੱਚ ਕਿਹਾ ਹੋਏਗਾ ਕਿ ਯੀਸ਼ੂ ਮਸੀਹ ਨੇ ਉਹਨੂੰ ਕਿਹਾ ਸੀਗਾ ਕਿ ਮੈਂ ਜਦ ਜਾਊਂਗਾ ਮੈਂ ਸੱਤੇ ਦਾ ਆਤਮਾ ਭੇਜਾਂਗਾ, ਪਵਿੱਤਰ ਆਤਮਾ ਭੇਜਾਂਗਾ, ਜਿਹੜਾ ਤੇਰੀ ਅਗਵਾਈ ਕਰੇਗਾ ਮੇਰੇ ਰਸਤਿਆਂ ਦੇ ਵਿੱਚ। ਜਿਹੜੀਆਂ ਗੱਲਾਂ ਤੂੰ ਹੁਣ ਨਹੀਂ ਸਮਝਦਾ, ਪਵਿੱਤਰ ਆਤਮਾ ਤੈਨੂੰ ਸਮਝਾਏਗਾ। ਔਰ ਉਹ ਆਤਮਾ ਮੈਂ ਪਿਤਾ ਦੇ ਕੋਲ ਜਾ ਕੇ ਉਹਦੇ ਸੱਜੇ ਹੱਥ ਬੈਠ ਕੇ, ਜੀ ਉੱਠਣ ਤੋਂ ਬਾਅਦ 40 ਦਿਨ ਪ੍ਰਚਾਰ ਕਰਨ ਤੋਂ ਬਾਅਦ ਸੱਜੇ ਹੱਥ ਬੈਠ ਕੇ ਉਸ ਆਤਮਾ ਨੂੰ ਉੰਡੇਲਾਂਗਾ। ਆਮੀਨ। ਇਹ ਉਹ ਆਤਮਾ ਸੀ ਜਿਹੜਾ ਪਰਮੇਸ਼ਵਰ ਨੇ ਵਾਅਦਾ ਕੀਤਾ ਸੀ। ਇਹ ਉਹ ਆਤਮਾ ਸੀ ਜਿਹੜਾ ਪੁਰਾਣੇ ਨਿਯਮ ਦੇ ਵਿੱਚ ਪਰਮੇਸ਼ਵਰ ਨੇ ਵਾਅਦਾ ਕੀਤਾ ਸੀ। ਜਦੋਂ ਆਪਾਂ ਨਵਾਂ ਨਿਯਮ ਪੜ੍ਹਦੇ ਹਾਂ, ਰਸੂਲਾਂ ਦੇ ਕਰਤੱਵ ਪੜ੍ਹਦੇ ਹਾਂ, ਮੱਤੀ, ਮਰਕੁਸ, ਲੂਕਾ, ਯਹੂਨਾ ਪੜ੍ਹਦੇ ਹਾਂ, ਕੁਰੰਥੀਆ ਪੜ੍ਹਦੇ ਹਾਂ, ਪ੍ਰਕਾਸ਼ਿਤ ਵਾਕਿਆ ਪੜ੍ਹਦੇ ਹਾਂ, ਚੇਲਿਆਂ ਦੇ ਕੋਲ ਇਹ ਬਾਈਬਲ ਨਹੀਂ ਸੀ, ਉਹਨਾਂ ਕੋਲ ਪੁਰਾਣਾ ਨਿਯਮ ਸੀਗਾ। ਚੇਲਿਆਂ ਨੇ ਪੁਰਾਣੇ ਨਿਯਮ ਦੇ ਵਿੱਚੋਂ ਯੀਸ਼ੂ ਮਸੀਹ ਦਾ ਪ੍ਰਚਾਰ ਕੀਤਾ। ਉਹ ਵਚਨ ਨੂੰ ਜਾਣਦੇ ਸੀਗੇ, ਕਿਉਂ ਪਵਿੱਤਰ ਆਤਮਾ ਦੇ ਨਾਲ ਭਰੇ ਸੀ, ਕਿਉਂ ਉਹਨਾਂ ਦੀ ਜ਼ਿੰਦਗੀਆਂ ਵਿੱਚ ਚਮਤਕਾਰ ਹੁੰਦੇ ਸਨ। ਕੀ ਪਰਮੇਸ਼ਵਰ ਦੀ ਪਾਵਰ ਅੱਜ ਕੰਮ ਨਹੀਂ ਕਰਦੀ? ਉਹ ਕਰਦੀ ਹੈ। ਅੱਜ ਲੋਕ ਨਹੀਂ ਹੈ ਜਿਹੜੇ ਵਚਨ ਦੇ ਜਾਣਕਾਰ ਨੇ, ਅੱਜ ਲੋਕ ਨਹੀਂ ਜਿਹੜੇ ਵਚਨ ਨੂੰ ਸਮਝਦੇ ਨੇ, ਅੱਜ ਉਹਨਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਨੇ ਉਹ ਪਰਮੇਸ਼ਵਰ ਦੇ ਵਚਨ ਦੇ ਵਿੱਚ ਨਹੀਂ ਨੇ। ਬਾਈਬਲ 'ਚ ਲਿਖਿਆ, ਯਹੂਨਾ ਦੇ ਪ੍ਰਕਾਸ਼ਿਤ ਵਾਕਿਆ ਜਦੋਂ ਅਸੀਂ ਪੜ੍ਹਦੇ ਹਾਂ ਤੇ ਯਹੂਨਾ ਨੇ ਕਿਹਾ ਕਿ ਮੈਂ ਪ੍ਰਭੂ ਦੇ ਦਿਨ ਆਤਮਾ ਦੇ ਵਿੱਚ ਆ ਗਿਆ। ਤੇ ਨਵੇਂ ਨਿਯਮ 'ਚ ਫਿਰ ਪਰਮੇਸ਼ਵਰ ਨੇ ਇੱਕ ਵਾਰੀ ਕਿਹਾ ਸੀਗਾ ਕਿ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਉਹ ਆਤਮਾ ਵੀ ਨੇ ਤੇ ਜੀਵਨ ਵੀ ਨੇ। ਯਾਨੀ ਅਗਰ ਮੈਂ ਆਤਮਾ ਦੇ ਵਿੱਚ ਆਉਣਾ ਚਾਹੁੰਦਾ ਤੇ ਮੈਂ ਵਚਨ ਦੇ ਵਿੱਚ ਆਵਾਂਗਾ। ਇਹੀ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਇੱਕ ਮਾਤਰ ਮਕਸਦ ਹੈ ਕਿ ਪਰਮੇਸ਼ਵਰ ਦੇ ਲੋਕ ਵਚਨ ਨੂੰ ਜਾਣ ਸਕਣ, ਉਹ ਸਮਝ ਸਕਣ ਕਿ ਪਰਮੇਸ਼ਵਰ ਦਾ ਵਚਨ ਸਾਨੂੰ ਕੀ ਕਹਿੰਦਾ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਪਵਿੱਤਰ ਆਤਮਾ ਉਹਨਾਂ ਦਿਨਾਂ 'ਚ ਹੀ ਉਤਰਦਾ ਸੀ। ਉਹ ਅੰਤਲੇ ਦਿਨ ਅੱਜ ਵੀ ਨੇ। ਕੀ ਅੱਜ ਕੌਮ ਤੇ ਕੌਮ ਚੜ੍ਹਾਈ ਨਹੀਂ ਕਰ ਰਹੀ? ਕੀ ਅੱਜ ਬੰਬ ਬਲਾਸਟ ਨਹੀਂ ਹੋ ਰਹੇ? ਕੀ ਇੱਕ ਦੇਸ਼ ਦੂਜੇ ਦੇਸ਼ ਦੇ ਖਿਲਾਫ ਨਹੀਂ ਚੱਲ ਰਿਹਾ? ਕੀ ਭੁਚਾਲ ਨਹੀਂ ਆ ਰਹੇ? ਜਗ੍ਹਾ ਜਗ੍ਹਾ ਹਰ ਵਚਨ ਪੂਰਾ ਹੋ ਰਿਹਾ ਔਰ ਲਿਖਿਆ ਅੰਤ ਦੇ ਦਿਨਾਂ ਦੇ ਵਿੱਚ। ਅੱਜ ਲੋਕ ਬੋਲਦੇ ਨੇ ਮੈਂ 20 ਸਾਲ ਤੋਂ ਪ੍ਰਾਰਥਨਾ ਕਰ ਰਿਹਾ ਪਵਿੱਤਰ ਆਤਮਾ ਮੈਂ ਕਿਉਂ ਨਹੀਂ ਪਾਇਆ? ਕਿਉਂਕਿ ਉਹ ਇਮੋਸ਼ਨਲੀ ਪ੍ਰਾਰਥਨਾ ਕਰ ਰਹੇ ਨੇ, ਪਰਮੇਸ਼ਵਰ ਮੈਨੂੰ ਪਵਿੱਤਰ ਆਤਮਾ ਚਾਹੀਦਾ, ਲੇਕਿਨ ਵਚਨ ਦੇ ਥਰੂ ਉਹ ਪ੍ਰਾਰਥਨਾ ਨਹੀਂ ਕਰ ਰਹੇ ਕਿ ਪਰਮੇਸ਼ਵਰ ਵਚਨ 'ਚ ਲਿਖਿਆ। ਪਰਮੇਸ਼ਵਰ ਆਪਣੇ ਵਚਨ ਦਾ ਇਨਕਾਰ ਨਹੀਂ ਕਰ ਸਕਦਾ। ਲਿਖਿਆ ਆਪਣੇ ਨਾਮ ਨਾਲੋਂ ਜ਼ਿਆਦਾ ਮਹੱਤਵ, ਜ਼ਿਆਦਾ ਇੰਪੋਰਟੈਂਸ ਆਪਣੇ ਵਚਨ ਨੂੰ ਦਿੰਦਾ। ਜਦੋਂ ਵਚਨ ਨੂੰ ਲੈ ਕੇ ਅਸੀਂ ਪਰਮੇਸ਼ਵਰ ਦੇ ਸਾਹਮਣੇ ਜਾਂਦੇ ਹਾਂ, ਹੋ ਸਕਦਾ ਇੱਕ ਬੰਦਾ ਬਿਮਾਰ ਹੋਏ ਔਰ ਪਰਮੇਸ਼ਵਰ ਨੂੰ ਰੋਜ਼ ਕਹੇ ਕਿ ਪਰਮੇਸ਼ਵਰ ਮੇਰਾ ਬੱਚਾ ਛੋਟਾ ਹੈ, ਮੈਨੂੰ ਚੰਗਿਆਈ ਚਾਹੀਦੀ, ਮੇਰਾ ਹੁਣੇ ਵਿਆਹ ਹੋਇਆ, ਮੈਨੂੰ ਚੰਗਿਆਈ ਚਾਹੀਦੀ, ਲੇਕਿਨ ਉਹ ਵਚਨ ਨਹੀਂ ਜਾਣਦਾ ਕਿ ਯੀਸ਼ੂ ਮਸੀਹ ਦੇ ਕੋੜੇ ਖਾਣ ਦੇ ਨਾਲ ਮੈਂ ਚੰਗਾ ਹੋ ਚੁੱਕਾ। ਤੇ ਜੇ ਉਹ ਇਹ ਕਹੇ ਕਿ ਪਰਮੇਸ਼ਵਰ ਤੇਰੇ ਵਚਨ 'ਚ ਲਿਖਿਆ ਮੈਂ ਚੰਗਾ ਹੋ ਚੁੱਕਾ, ਮੈਨੂੰ ਕੋਈ ਬਿਮਾਰੀ ਨਹੀਂ ਹੈ, ਮੈਂ ਇਕਰਾਰ ਕਰਦਾ ਹਾਂ, ਬੋਡੀ ਤੇ ਆਪਣੇ ਸਰੀਰ ਤੇ ਹੱਥ ਰੱਖ ਕੇ ਇਕਰਾਰ ਕਰੇ ਪਰਮੇਸ਼ਵਰ ਦੇ ਵਚਨ ਦਾ ਕਿ ਮੈਂ ਉਹਦੇ ਕੋੜੇ ਖਾਣ ਨਾਲ ਚੰਗਾ ਹੋ ਚੁੱਕਾ, ਤੇ ਬਿਮਾਰੀ ਉਹਨੂੰ ਛੂ ਨਹੀਂ ਸਕਦੀ। ਰਿਪੋਰਟਾਂ ਬਦਲਣਗੀਆਂ, ਸਥਿਤੀਆਂ ਬਦਲਣਗੀਆਂ। ਅੱਜ ਲੋਕ ਬੋਲਦੇ ਮੇਰਾ ਪਤੀ ਸ਼ਰਾਬ ਛੱਡ ਦੇਵੇ, ਮੇਰਾ ਘਰਾਨਾ ਮਸੀਹ ਦੇ ਵਿੱਚ ਆ ਜਾਏ। ਬਾਈਬਲ 'ਚ ਲਿਖਿਆ, ਕਿੱਥੇ ਲਿਖਿਆ ਕਿ ਤੂੰ ਬਸ ਤੇਰਾ ਘਰਾਨਾ ਬਚਾਇਆ ਜਾਏਗਾ? ਉਹ ਵਚਨ ਖੋਲੋ, ਉਹਨੂੰ ਖੋਲੋ, ਉਹਨੂੰ ਪੜ੍ਹੋ, ਉਹਦਾ ਕਲੇਮ ਕਰੋ। ਕਈ ਵਾਰ ਤੁਹਾਨੂੰ ਕੰਪਨੀਆਂ ਗਿਫਟ ਵਾਊਚਰ ਦਿੰਦੀਆਂ ਕਿ ਆ 500 ਰੁਪਏ ਦਾ ਗਿਫਟ ਵਾਊਚਰ ਹੈ, ਜਦੋਂ ਤੁਸੀਂ ਸਾਡੇ ਕੋਲ ਸਮਾਨ ਲੈਣ ਆਉਂਗੇ ਦੁਬਾਰਾ ਤੁਹਾਨੂੰ ਲੈਸ ਕਰਤਾ ਜਾਊਗਾ। ਜੇ ਉਹ ਗਿਫਟ ਵਾਊਚਰ ਤੁਹਾਡੇ ਘਰ ਪਿਆ ਰਵੇ ਔਰ ਤੁਸੀਂ ਦੁਕਾਨ ਤੇ ਜਾ ਕੇ ਉਸ ਕੰਪਨੀ ਕੋ ਜਾ ਕੇ ਉਹਨੂੰ ਕਲੇਮ ਨਾ ਕਰੋ ਕਿ ਤੁਹਾਨੂੰ 500 ਰੁਪਏ ਮਿਲੂਗਾ, ਉਹਦਾ ਫਾਇਦਾ ਹੋਊਗਾ, ਕਦੀ ਵੀ ਨਹੀਂ। ਤੁਹਾਨੂੰ ਉਹ ਚੱਕਣਾ ਪਊਗਾ, ਦੁਕਾਨ ਤੇ ਜਾਣਾ ਪਊਗਾ, ਦੱਸਣਾ ਪਊਗਾ ਕਿ ਇਹ ਗਿਫਟ ਵਾਊਚਰ ਇਹ ਸਾਨੂੰ ਦਿੱਤਾ ਜਾਵੇ। ਇਸੇ ਲਈ ਪਰਮੇਸ਼ਵਰ ਦਾ ਵਚਨ ਅਗਰ ਤੁਹਾਡੇ ਘਰ ਪਿਆ ਰਹੇਗਾ ਬਾਈਬਲ ਦੇ ਰੂਪ 'ਚ, ਇਹ ਕੋਈ ਕੰਮ ਨਹੀਂ ਕਰੇਗਾ। ਮੈਨੂੰ ਅੱਜ ਵੀ ਯਾਦ ਹੈ 2004 ਦੇ ਵਿੱਚ ਜਦ ਮੈਂ ਪਰਮੇਸ਼ਵਰ ਦੇ ਵਿੱਚ ਆਇਆ ਔਰ ਆਉਣ ਦੇ ਬਾਵਜੂਦ ਮੈਂ ਚੰਗਾ ਨਹੀਂ ਸੀ, ਆਉਣ ਦੇ ਬਾਵਜੂਦ ਮੈਂ ਕਈ ਗੱਲਾਂ ਪਰਮੇਸ਼ਵਰ ਨੇ ਮੇਰੇ ਜੀਵਨ 'ਚ ਨਹੀਂ ਸਨ ਕੀਤੀਆਂ, ਤੇ ਪਵਿੱਤਰ ਆਤਮਾ ਨੇ ਮੇਰੇ ਦਿਲ 'ਚ ਪਾਇਆ ਕਿ ਤੈਨੂੰ ਜੋ ਵੀ ਮਿਲਣਾ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਮਿਲਣਾ। ਔਰ ਇੱਕ ਦਿਨ ਜਦ ਮੈਂ ਬਾਈਬਲ ਪੜ੍ਹ ਰਿਹਾ ਸੀਗਾ ਔਰ ਪਹਿਲਾ ਕੁਰੰਥੀਆ 15 ਉਹਦੀ 58 ਆਇਤ ਜਦ ਮੈਂ ਪੜ੍ਹਿਆ ਤੇ ਲਿਖਿਆ, ਹਿਆਵ ਬਾਂਧ ਦ੍ਰਿੜ ਰਹਿ ਕਿਉਂਕਿ ਤੂੰ ਜਾਣਦਾ ਮਸੀਹ 'ਚ ਕੀਤੀ ਮਿਹਨਤ ਕਦੀ ਵਿਅਰਥ ਨਹੀਂ ਜਾਂਦੀ। ਮੈਨੂੰ ਇਸ ਤਰ੍ਹਾਂ ਲੱਗਾ ਉਸ ਦਿਨ ਕਿ ਪਰਮੇਸ਼ਵਰ ਨੇ ਮੇਰੇ ਨਾਲ ਗੱਲ ਕੀਤੀ ਕਿ ਇਹ ਵਚਨ ਮੇਰੇ ਵਾਸਤੇ ਹੈ। ਪਰਮੇਸ਼ਵਰ ਨੇ ਮੇਰੇ ਨਾਲ ਗੱਲ ਕੀਤੀ, ਪਰਮੇਸ਼ਵਰ ਨੇ ਮੈਨੂੰ ਵਚਨ ਦਿੱਤਾ ਜਿਹੜਾ ਖਾਸ ਮੇਰੇ ਲਈ ਸੀ ਅੱਜ। ਔਰ ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ, ਰੋਜ਼ੇ ਰੱਖਣੇ ਸ਼ੁਰੂ ਕੀਤੇ, ਮਿਹਨਤ ਕਰਨੀ ਸ਼ੁਰੂ ਕੀਤੀ ਔਰ ਪਰਮੇਸ਼ਵਰ ਨੇ ਮੈਨੂੰ ਆਜ਼ਾਦ ਵੀ ਕੀਤਾ, ਚੰਗਾ ਵੀ ਕੀਤਾ, ਬਲੈਸ ਵੀ ਕੀਤਾ ਔਰ ਦੂਸਰਿਆਂ ਲਈ ਆਸ਼ੀਸ਼ ਦਾ ਕਾਰਨ ਵੀ ਬਣਾਇਆ। ਹੁਣ ਤੁਸੀਂ ਸਮਝ ਰਹੇ ਹੋ ਕਿ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਮਕਸਦ ਕੀ? ਇਸ ਨੂੰ ਸ਼ੁਰੂ ਕਰਨ ਦਾ ਇੱਕ ਹੀ ਮਕਸਦ ਹੈ ਕਿ ਅਸੀਂ ਪਰਮੇਸ਼ਵਰ ਦੇ ਵਚਨ ਦੀ ਗਹਿਰਾਈ ਜਿਹੜੀ ਹੈ ਉਹ ਤੁਹਾਡੀ ਜ਼ਿੰਦਗੀ ਤੱਕ ਲੈ ਕੇ ਆ ਸਕੀਏ। ਜਦ ਅਸੀਂ ਫਿਰ ਇਹਨਾਂ ਨੂੰ ਪੜ੍ਹਦੇ ਹਾਂ ਪ੍ਰੇਰਿਤਾਂ ਦੇ ਕੰਮ ਨੂੰ, ਅਗਰ ਅਸੀਂ ਦੁਬਾਰਾ ਆਪਾਂ ਇੱਕ ਆਇਤ ਪੜ੍ਹੀਏ ਪ੍ਰੇਰਿਤਾਂ ਦੇ ਕੰਮ, ਜਦੋਂ ਅਸੀਂ ਪੜ੍ਹਦੇ ਹਾਂ 3
ਬਾਪ ਪੜ੍ਹਦੇ ਹਾਂ ਤੇ ਲਿਖਿਆ ਪਤਰਸ ਤੇ यूहन्ना ਨੇ ਇੱਕ ਲੰਗੜੇ ਨੂੰ ਚੰਗਾ ਕੀਤਾ। ਆਪਾਂ ਜਦੋਂ ਸਾਰੀ ਉਹ ਸਟੋਰੀ ਨੂੰ ਪੜ੍ਹ ਲੈਂਦੇ ਹਾਂ ਕਿ ਜਦੋਂ ਲੰਗੜਾ ਚੰਗਾ ਹੋਇਆ ਤੇ ਰੋਲਾ ਪੈ ਗਿਆ ਤੇ ਬਹੁਤ ਸਾਰੇ ਲੋਕਾਂ ਨੂੰ ਔਰ ਸਦੂਕੀਆਂ ਔਰ ਫਰੀਸੀਆਂ ਨੂੰ ਵੀ ਪਤਾ ਚੱਲਿਆ ਤੇ ਲਿਖਿਆ 4 ਬਾਬ ਦੇ ਵਿੱਚ ਜਦੋਂ ਅਸੀਂ ਅੱਗੇ ਪੜ੍ਹਦੇ ਹਾਂ ਤੇ ਲਿਖਿਆ ਉਹਨਾਂ ਨੂੰ ਫੜ ਲਿੱਤਾ ਗਿਆ। ਔਰ 4 ਬਾਬ ਦੀ ਜਦੋਂ ਅਸੀਂ 17 ਆਇਤ ਨੂੰ ਪੜ੍ਹਦੇ ਲਿਖਿਆ ਪਰੰਤੂ ਇਸ ਲਈ ਇਹ ਗੱਲ ਲੋਕਾਂ 'ਚ ਹੋਰ ਨਾ ਫੈਲ ਜਾਵੇ। ਕਿਹੜੀ ਗੱਲ ਕਿ ਉਹਨਾਂ ਨੇ ਲੰਗੜੇ ਨੂੰ ਚਲਾਇਆ, ਉਹ ਯੀਸ਼ੂ ਨਾਮ ਦਾ ਪ੍ਰਚਾਰ ਕਰਦੇ ਸੀ। ਲਿਖਿਆ ਉਹਨਾਂ ਨੇ ਬੁਲਾ ਕੇ ਉਹਨਾਂ ਨੂੰ ਧਮਕੀ ਦਿੱਤੀ ਔਰ ਫਿਰ ਦੱਸਿਆ ਕਿ ਯੀਸ਼ੂ ਨਾਮ ਦੇ ਵਿੱਚ ਕੁਝ ਨਾ ਕਹਿਣਾ। ਔਰ ਜਦੋਂ ਅਸੀਂ ਇਸ ਨੂੰ ਅੱਗੇ ਪੜ੍ਹਦੇ ਹਾਂ 23 ਆਇਤ ਦੇ ਵਿੱਚ ਤੇ ਲਿਖਿਆ ਉਹ ਛੁੱਟ ਕੇ ਆਪਣੇ ਸਾਥੀਆਂ ਦੇ ਕੋਲ ਆਏ ਤੇ ਸਾਰਾ ਕੁਝ ਉਹਨਾਂ ਨੂੰ ਦੱਸਿਆ ਜੋ ਪ੍ਰਧਾਨ ਯਾਜਕਾਂ ਤੇ ਪੁਰਨੀਆਂ ਨੇ ਉਹਨਾਂ ਨੂੰ ਕਿਹਾ ਸੀ। ਇਹ ਸੁਣ ਕੇ ਉਹਨਾਂ ਨੇ ਇੱਕ ਚਿੱਤ ਹੋ ਕੇ ਉੱਚੀ ਆਵਾਜ਼ ਦੇ ਵਿੱਚ ਕਿਹਾ, ਹੇ ਸੁਆਮੀ ਤੂੰ ਉਹੀ ਹੈ ਜਿਨੇ ਸਵਰਗ ਤੇ ਪ੍ਰਿਥਵੀ ਸਮੁੰਦਰ ਜਿਹਦੇ 'ਚ ਸਾਰਾ ਕੁਝ ਜੋ ਕੁਝ ਉਹਨਾਂ ਦੇ ਵਿੱਚ ਹੈ ਬਣਾਇਆ। ਤੂੰ ਪਵਿੱਤਰ ਆਤਮਾ ਦੇ ਦੁਆਰਾ ਆਪਣੇ ਸੇਵਕ ਸਾਡੇ ਪਿਤਾ ਦਾਊਦ ਦੇ ਮੁਖ 'ਚੋਂ ਕਿਹਾ, ਅੰਨੇ ਜਾਤੀਆਂ ਨੇ ਹੁੱਲੜ ਕਿਉਂ ਪਾਇਆ, ਦੇਸ਼-ਦੇਸ਼ ਦੇ ਲੋਕਾਂ ਨੇ ਵਿਅਰਥ ਗੱਲਾਂ ਕਿਉਂ ਸੋਚੀਆਂ। ਤੁਸੀਂ ਇੱਕ ਗੱਲ ਨੋਟਿਸ ਕਰੋਗੇ ਕਿ ਜਦੋਂ ਉਹ ਆਏ ਔਰ ਪ੍ਰਾਰਥਨਾ ਕੀਤੀ ਉਹਨਾਂ ਨੇ ਫਿਰ ਵਚਨ 'ਚੋਂ ਪ੍ਰਾਰਥਨਾ ਕੀਤੀ। ਤੁਸੀਂ ਜਾਣਦੇ ਹੋ ਇਹ ਵਚਨ ਕਿੱਥੇ ਲਿਖਿਆ? ਇਹ ਵਚਨ ਲਿਖਿਆ ਜ਼ਬੂਰਾਂ ਦੀ ਪੁਸਤਕ 2 ਉਹਦੀ 1 ਤੇ 2 ਆਇਤ। ਜਦੋਂ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ ਧਮਕਾਇਆ ਗਿਆ ਉਹਨਾਂ ਨੇ ਆ ਕੇ ਰੋਲਾ ਨਹੀਂ ਪਾਇਆ, ਹਾਏ ਪਰਮੇਸ਼ਵਰ ਮਰ ਗਏ, ਹਾਏ ਪਰਮੇਸ਼ਵਰ ਪਰ ਅਸੀਂ ਤੇਰਾ ਕੰਮ ਨਹੀਂ ਛੱਡਣਾ, ਅਸੀਂ ਇੱਦਾਂ ਕਰ ਦੇਣਾ ਸੀ। ਉਹਨਾਂ ਨੇ ਕੋਈ ਇਮੋਸ਼ਨਲ ਗੱਲ ਨਹੀਂ ਕੀਤੀ। ਉਹ ਸਿੱਧਾ ਆਏ ਪਰਮੇਸ਼ਵਰ ਦੀ ਹਜ਼ੂਰੀ 'ਚ ਔਰ ਵਚਨ ਬੋਲਿਆ ਕਿ ਪਰਮੇਸ਼ਵਰ ਤੇਰੇ ਵਚਨ 'ਚ ਲਿਖਿਆ ਅੰਨੇ ਜਾਤੀਆਂ ਨੇ ਹੁੱਲੜ ਕਿਉਂ ਮਚਾਇਆ, ਦੇਸ਼-ਦੇਸ਼ ਦੇ ਲੋਕਾਂ ਨੇ ਵਿਅਰਥ ਗੱਲਾਂ ਕਿਉਂ ਸੋਚੀਆਂ। ਔਰ 31 ਆਇਤ ਜਦੋਂ ਅਸੀਂ ਪੜ੍ਹਦੇ ਲਿਖਿਆ ਜਦੋਂ ਪ੍ਰਾਰਥਨਾ ਕਰ ਚੁੱਕੇ ਜਿਹੜਾ ਸਥਾਨ ਜਿੱਥੇ ਉਹ ਇਕੱਠੇ ਸਨ ਹਿੱਲ ਗਿਆ ਅਤੇ ਉਹ ਪਵਿੱਤਰ ਆਤਮਾ ਦੇ ਨਾਲ ਪਰਿਪੂਰਨ ਹੋ ਗਏ ਤੇ ਪਰਮੇਸ਼ਵਰ ਦਾ ਵਚਨ ਉਹ ਹਿਆਵ ਦੇ ਨਾਲ ਸੁਣਾਉਂਦੇ ਰਹੇ। ਤੁਸੀਂ ਫਿਰ ਦੇਖਦੇ ਹੋ ਕਿ ਪਰਮੇਸ਼ਵਰ ਦਾ ਆਤਮਾ ਉਹਨਾਂ ਉੱਤੇ ਉਤਰਿਆ ਜਦ ਵਚਨ ਦੇ ਵਿੱਚੋਂ ਉਹਨਾਂ ਨੇ ਗੱਲ ਕੀਤੀ, ਜਦ ਵਚਨ ਦੇ ਵਿੱਚੋਂ ਉਹਨਾਂ ਨੇ ਫਿਰ ਪ੍ਰਾਰਥਨਾ ਕੀਤੀ। ਲਿਖਿਆ ਪਰਮੇਸ਼ਵਰ ਦਾ ਆਤਮਾ ਉਹਨਾਂ ਨੂੰ ਫਿਰ ਉਹਨਾਂ ਦੇ ਉੱਤੇ ਉਤਰਿਆ, ਉਹ ਸਥਾਨ ਹਿੱਲ ਗਿਆ ਤੇ ਉਹ ਪਵਿੱਤਰ ਆਤਮਾ ਨਾਲ ਪਰਿਪੂਰਨ ਹੋ ਗਏ। ਅੱਜ ਸਾਨੂੰ ਅਗਰ ਕਿਸੇ ਚੀਜ਼ ਦੀ ਜ਼ਰੂਰਤ ਹੈ ਤੇ ਉਹ ਪਰਮੇਸ਼ਵਰ ਦਾ ਵਚਨ ਹੈ। ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਪਰਮੇਸ਼ਵਰ ਦੇ ਕੋਲ ਜਾਵਾਂਗੇ ਆਪਣੇ ਮੁਕੱਦਮੇ ਆਪਣੇ ਕੇਸ ਨੂੰ ਲੈ ਕੇ ਆਪਣੇ ਇਮੋਸ਼ਨਸ ਦੇ ਨਾਲ ਨਹੀਂ ਬਲਕਿ ਆਪਣੇ ਪਰਮੇਸ਼ਵਰ ਦੇ ਸੰਵਿਧਾਨ ਸਾਡੇ ਵਚਨ ਦੇ ਵਿੱਚੋਂ ਜਦੋਂ ਅਸੀਂ ਪਰਮੇਸ਼ਵਰ ਨੂੰ ਆਪਣੀ ਪ੍ਰਾਰਥਨਾ ਰੱਖਾਂਗੇ, ਜਦੋਂ ਅਸੀਂ ਆਪਣੇ ਭਾਰਤ ਦੇਸ਼ ਦੇ ਸੰਵਿਧਾਨ ਦੇ ਅਨੁਸਾਰ ਜੱਜ ਦੇ ਕੋਲ ਜਾਂਦੇ ਹਾਂ ਤੇ ਜੱਜ ਸਾਨੂੰ ਸਾਡੀ ਸੁਣਦਾ ਕਿਉਂਕਿ ਅਸੀਂ ਸੰਵਿਧਾਨ ਦੀ ਇੱਜ਼ਤ ਕਰਦੇ ਹਾਂ। ਉਸੇ ਤਰ੍ਹਾਂ ਜਦੋਂ ਅਸੀਂ ਪਰਮੇਸ਼ਵਰ ਦੇ ਸਾਹਮਣੇ ਉਹਦੇ ਲਿਖਿਤ ਸੰਵਿਧਾਨ ਜਿਹੜਾ ਵਚਨ ਹੈ ਵਚਨ ਦੇ ਵਿੱਚੋਂ ਜਾਂਦੇ ਹਾਂ ਤੇ ਪਰਮੇਸ਼ਵਰ ਆਪਣੇ ਸੰਵਿਧਾਨ ਦੀ ਇੱਜ਼ਤ ਕਰਦਾ ਜਿਹੜਾ ਉਹਨੇ ਖੁਦ ਲਿਖਿਆ ਆਪਣੇ ਮੂੰਹ ਦੇ ਵਿੱਚੋਂ ਲਿਖਿਆ ਪਰਮੇਸ਼ਵਰ ਹੀ ਵਚਨ ਹੈ ਔਰ ਵਚਨ ਹੀ ਪਰਮੇਸ਼ਵਰ ਹੈ। ਜਿਸ ਤਰ੍ਹਾਂ ਅਸੀਂ ਬਾਈਬਲ ਦੇ ਵਿੱਚ ਪੜ੍ਹਦੇ ਹਾਂ ਤੇ ਬਾਈਬਲ 'ਚ ਲਿਖਿਆ ਕਿ ਜਦ ਪਰਮੇਸ਼ਵਰ ਨੇ ਮੂਸਾ ਨੂੰ ਆਪਣੇ ਲੋਕਾਂ ਨੂੰ ਛੁਡਾਉਣ ਦੇ ਲਈ ਭੇਜਿਆ, ਜਦੋਂ ਲੋਕਾਂ ਦੀ ਦੁਹਾਈ ਨੂੰ ਸੁਣਿਆ ਇਜ਼ਰਾਈਲੀ ਲੋਕਾਂ ਨੇ ਜਦੋਂ ਪਰਮੇਸ਼ਵਰ ਦੇ ਅੱਗੇ ਦੁਹਾਈ ਦਿੱਤੀ, ਜਦੋਂ ਉਹਨਾਂ ਦੇ ਰਾਜੇ ਨੇ ਬਹੁਤ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਲਿਖਿਆ ਜਦੋਂ ਉਹਨਾਂ ਦੀ ਪ੍ਰਾਰਥਨਾ ਪਰਮੇਸ਼ਵਰ ਨੇ ਸੁਣੀ ਤੇ ਪਰਮੇਸ਼ਵਰ ਨੇ ਕਿੱਦਾਂ ਛੁਡਾਇਆ ਉਹਨਾਂ ਨੂੰ। ਲਿਖਿਆ ਪਰਮੇਸ਼ਵਰ ਨੇ ਆਪਣਾ ਵਚਨ ਮੂਸਾ ਦੇ ਕੋਲ ਭੇਜਿਆ। ਮੂਸਾ ਨੂੰ ਇੱਕ ਜਲਦੀ ਹੋਈ ਇੱਕ ਝਾੜੀ ਦਿਖਾਈ ਦਿੱਤੀ। ਉਹ ਜਲਦੀ ਹੋਈ ਝਾੜੀ ਜਲ ਤਾਂ ਰਹੀ ਸੀ ਪਰ ਭਸਮ ਨਹੀਂ ਸੀ ਹੋ ਰਹੀ। ਔਰ ਇਹ ਦੇਖਣ ਲਈ ਜਦੋਂ ਮੂਸਾ ਉਹਦੇ ਕੋਲ ਗਿਆ ਤੇ ਪਰਮੇਸ਼ਵਰ ਨੇ ਉਹਨੂੰ ਕਿਹਾ ਕਿ ਮੂਸਾ ਆਪਣੀ ਜੁੱਤੀ ਉਤਾਰ ਤੇ ਮੇਰੇ ਕੋਲ ਆ ਜਾ ਕਿਉਂਕਿ ਜਿਸ ਸਥਾਨ ਤੇ ਤੂੰ ਖੜਾ ਉਹ ਪਵਿੱਤਰ ਸਥਾਨ ਹੈ, ਪਵਿੱਤਰ ਭੂਮੀ ਹੈ। ਔਰ ਲਿਖਿਆ ਫਿਰ ਪਰਮੇਸ਼ਵਰ ਨੇ ਆਪਣਾ ਵਚਨ ਮੂਸਾ ਨੂੰ ਦਿੱਤਾ ਔਰ ਮੂਸਾ ਪਰਮੇਸ਼ਵਰ ਦੇ ਵਚਨ ਨੂੰ ਲੈ ਕੇ ਜਦੋਂ ਲੋਕਾਂ ਦੇ ਕੋਲ ਗਿਆ ਤੇ ਅਸੀਂ ਦੇਖਦੇ ਹਾਂ ਕਿ ਇੰਨਾ ਵੱਡਾ ਛੁਟਕਾਰਾ ਅਸੀਂ ਕਦੀ ਬਾਈਬਲ 'ਚ ਨਹੀਂ ਦੇਖਿਆ। ਫਿਰ ਅਸੀਂ ਸਿਰਫ ਯੀਸ਼ੂ ਮਸੀਹ ਦੇ ਆਉਣ ਤੋਂ ਬਾਅਦ ਉਸ ਇੰਨੇ ਵੱਡੇ ਛੁਟਕਾਰੇ ਨੂੰ ਦੇਖਿਆ ਕਿ ਮੂਸਾ ਨੇ ਲੱਖਾਂ ਲੋਕਾਂ ਨੂੰ ਛੁਡਾ ਲਿਆ, ਉਹ ਵੀ ਉਸ ਰਾਜੇ ਦੇ ਕੋਲੋਂ ਜਿਹੜਾ ਰਾਜਾ ਸਖਤ ਔਰ ਤਾਕਤਵਰ ਰਾਜਾ ਸੀਗਾ। ਤੁਹਾਡੀ ਪ੍ਰੋਬਲਮ, ਤੁਹਾਡੀ ਬਿਮਾਰੀਆਂ, ਤੁਹਾਡੀਆਂ ਨਿਰਾਸ਼ਾਵਾਂ ਜਿੰਨੀਆਂ ਮਰਜ਼ੀ ਵੱਡੀਆਂ ਔਰ ਸਖਤ ਕਿਉਂ ਨਾ ਹੋਣ, ਪਰਮੇਸ਼ਵਰ ਦਾ ਇੱਕ ਵਚਨ, 2 ਨਹੀਂ ਇੱਕ ਵਚਨ ਉਹਨੂੰ ਤੋੜਨ ਦੀ ਤਾਕਤ ਔਰ ਸਾਮਰਥ ਨੂੰ ਰੱਖਦਾ। ਤੁਹਾਡੀ ਬਿਮਾਰੀ ਜਿੰਨੀ ਮਰਜ਼ੀ ਵੱਡੀ ਕਿਉਂ ਨਾ ਹੋਵੇ, ਪਰਮੇਸ਼ਵਰ ਦਾ ਇੱਕ ਵਚਨ ਜਿਹੜਾ ਤੁਸੀਂ ਪੜ੍ਹ ਕੇ ਕਲੇਮ ਕਰੋਗੇ, ਪੜ੍ਹ ਕੇ ਉਹਨੂੰ ਬੋਲੂਗੇ ਔਰ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੋਗੇ ਔਰ ਵਿਸ਼ਵਾਸ ਕਰੋਗੇ, ਉਹ ਵਚਨ ਤੁਹਾਡੀ ਵੱਡੀ ਤੋਂ ਵੱਡੀ ਬਿਮਾਰੀ ਨੂੰ ਖਤਮ ਕਰ ਸਕਦਾ। ਅਸੀਂ ਅਗਰ ਯੀਸ਼ੂ ਮਸੀਹ ਦੀ ਜੀਵਨੀ ਨੂੰ ਪੜ੍ਹਦੇ ਹਾਂ ਤੇ ਬਾਈਬਲ 'ਚ ਲਿਖਿਆ ਕਿ ਜਦੋਂ ਅਸੀਂ ਲੂਕਾ ਦੀ ਪੁਸਤਕ ਉਹਦੇ 4 ਬਾਬ ਉਹਦੀ 16 ਆਇਤ ਤੋਂ ਪੜ੍ਹਦੇ ਹਾਂ ਤੇ ਲਿਖਿਆ ਫਿਰ ਉਹ ਨਾਸਰਤ ਦੇ ਵਿੱਚ ਆਇਆ ਜਿੱਥੇ ਪਾਲਿਆ ਪੋਸਿਆ ਗਿਆ ਸੀ ਔਰ ਆਪਣੀ ਰੀਤੀ ਦੇ ਅਨੁਸਾਰ ਸਬਤ ਦੇ ਦਿਨ
ਆਰਾਧਨਾਲय ਵਿੱਚ ਜਾ ਕੇ ਪੜ੍ਹਨ ਦੇ ਲਈ ਖੜਾ ਹੋਇਆ ਤੇ ਯਸ਼ਾਇਆ ਭਵਿੱਖਵਕਤਾ ਦੀ ਪੁਸਤਕ ਉਹਨੂੰ ਦਿੱਤੀ ਗਈ ਤੇ ਉਹ ਪੁਸਤਕ ਖੋਲ ਕੇ ਉਹ ਜਗ੍ਹਾ ਨਿਕਲੀ ਜਿੱਥੇ ਲਿਖਿਆ ਸੀ, ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਉਸਨੇ ਕੰਗਾਲਾਂ ਨੂੰ ਸੁਸਮਾਚਾਰ ਸੁਣਾਉਣ ਦੇ ਵਾਸਤੇ ਮੇਰਾ ਅਭਿਸ਼ੇਕ ਕੀਤਾ। ਮੈਨੂੰ ਇਸ ਲਈ ਭੇਜਿਆ ਹੈ ਕਿ ਮੈਂ ਬੰਦੀਆਂ ਨੂੰ ਛੁਟਕਾਰੇ ਦਾ ਤੇ ਅੰਨ੍ਹਿਆਂ ਨੂੰ ਦ੍ਰਿਸ਼ਟੀ ਪਾਉਣ ਦਾ ਸੁਸਮਾਚਾਰ ਪ੍ਰਚਾਰ ਕਰਾਂ ਤੇ ਕੁਚਲਿਆਂ ਹੋਇਆਂ ਨੂੰ ਛੁਡਾਵਾਂ ਤੇ ਪ੍ਰਭੂ ਦੇ ਖੁਸ਼ ਰਹਿਣ ਦੇ ਸਾਲ ਦਾ ਪ੍ਰਚਾਰ ਕਰਾਂ। 20 ਆਇਤ 'ਚ ਲਿਖਿਆ, ਤਦ ਉਸਨੇ ਪੁਸਤਕ ਬੰਦ ਕਰਕੇ ਸੇਵਕ ਦੇ ਹੱਥ 'ਚ ਦੇ ਦਿੱਤੀ ਤੇ ਬੈਠ ਗਿਆ ਤੇ ਆਰਾਧਨਾਲय ਦੇ ਸਾਰੇ ਲੋਕਾਂ ਦੀਆਂ ਅੱਖਾਂ ਉਹਦੇ ਵੱਲ ਲੱਗੀਆਂ ਸਨ। 21 ਆਇਤ 'ਚ ਲਿਖਿਆ, ਤਦ ਯਿਸੂ ਮਸੀਹ ਨੇ ਉਹਨਾਂ ਨੂੰ ਆਖਿਆ, ਅੱਜ ਹੀ ਇਹ ਲੇਖ ਤੁਹਾਡੇ ਸਾਹਮਣੇ ਪੂਰਾ ਹੋਇਆ ਹੈ। ਕਦੋਂ ਪੂਰਾ ਹੋਇਆ? ਅੱਜ। ਇਹ ਲੇਖ ਕਦੋਂ ਲਿਖਿਆ ਗਿਆ ਸੀ? ਯਸ਼ਾਇਆ ਭਵਿੱਖਵਕਤਾ ਦੀ ਪੁਸਤਕ 700 ਸਾਲ ਯਿਸੂ ਮਸੀਹ ਦੇ ਜਨਮ ਤੋਂ ਪਹਿਲਾਂ ਲਿਖੀ ਗਈ ਸੀ। ਯਾਨੀ ਜਦ ਯਿਸੂ ਮਸੀਹ ਦਾ ਜਨਮ ਹੋਣਾ ਸੀ ਉਸ ਤੋਂ 700 ਸਾਲ ਪਹਿਲਾਂ ਇਹ ਵਚਨ ਲਿਖਿਆ ਗਿਆ ਸੀ। ਲੇਕਿਨ ਬਾਈਬਲ 'ਚ ਲਿਖਿਆ, ਜਦ ਪਰਮੇਸ਼ਵਰ ਯਿਸੂ ਮਸੀਹ ਨੇ ਵਚਨ ਫੜਿਆ ਔਰ ਵਚਨ ਨੂੰ ਪੜ੍ਹਿਆ ਔਰ ਉਸ ਤੋਂ ਬਾਅਦ ਵਚਨ ਪੜ੍ਹ ਕੇ ਉਹ ਪੁਸਤਕ ਉਹਦੇ ਸੇਵਕ ਦੇ ਹੱਥ ਵਿੱਚ ਦੇ ਕੇ ਬੈਠ ਗਿਆ ਔਰ ਉਹਨੇ ਲੋਕਾਂ ਨੂੰ ਕੀ ਕਿਹਾ? ਕਹਿੰਦਾ, ਅੱਜ ਇਹ ਲੇਖ ਤੁਹਾਡੇ ਸਾਹਮਣੇ ਪੂਰਾ ਹੋਇਆ। ਅਗਰ ਤੁਸੀਂ ਬਾਈਬਲ ਨੂੰ ਧਿਆਨ ਦੇ ਨਾਲ ਪੜ੍ਹੋ ਤਾਂ ਆ ਉਹੀ ਦਿਨ ਹੈ ਜਿਸ ਦਿਨ ਪਰਮੇਸ਼ਵਰ ਦੀ ਸੇਵਾ ਸ਼ੁਰੂ ਹੋਈ ਸੀ। ਯਾਨੀ ਯਿਸੂ ਮਸੀਹ ਨੂੰ ਵੀ ਆਪਣੀ ਸੇਵਾ ਸ਼ੁਰੂ ਕਰਨ ਦੇ ਲਈ ਵਚਨ ਨੂੰ ਕਲੇਮ ਕਰਨਾ ਪਿਆ ਕਿ ਪਰਮੇਸ਼ਵਰ ਤੇਰੇ ਪਿਤਾ ਤੇਰੇ ਵਚਨ 'ਚ ਲਿਖਿਆ ਕਿ ਪਰਮੇਸ਼ਵਰ ਦਾ ਆਤਮਾ ਮੇਰੇ ਉੱਤੇ ਹੈ। ਉਹ ਵਚਨ ਜਿਹੜਾ ਤੂੰ ਯਸ਼ਾਇਆ ਨੂੰ ਦਿੱਤਾ ਸੀ ਮੇਰੇ ਲਈ, ਅੱਜ ਮੈਂ ਉਹਨੂੰ ਪੜ੍ਹਦਾ ਹਾਂ ਤੇ ਮੈਂ ਵਿਸ਼ਵਾਸ ਕਰਦਾ ਹਾਂ ਔਰ ਆਤਮਾ ਦੇ ਦੁਆਰਾ ਯਿਸੂ ਮਸੀਹ ਨੂੰ ਪਤਾ ਸੀ ਕਿ ਅੱਜ ਇਹ ਵਚਨ ਮੇਰੀ ਜ਼ਿੰਦਗੀ ਦੇ ਵਿੱਚ ਪੂਰਾ ਹੋਇਆ। ਜੇ ਯਿਸੂ ਮਸੀਹ ਦੀ ਜੀਵਨ 'ਚ ਵਚਨ ਜ਼ਰੂਰੀ ਹੈ ਤਾਂ ਤੁਸੀਂ ਤੇ ਮੈਂ, ਅਗਰ ਹਰੇ ਭਰੇ ਨੂੰ ਜ਼ਰੂਰੀ ਹੈ ਤੇ ਆਪਾਂ ਸੁੱਕੇ ਹਾਂ ਪਰਮੇਸ਼ਵਰ ਦੇ ਸਾਹਮਣੇ। ਬਾਈਬਲ 'ਚ ਲਿਖਿਆ, ਜਦੋਂ ਸ਼ੈਤਾਨ ਯਿਸੂ ਮਸੀਹ ਨੂੰ ਪਰਖਣ ਦੇ ਲਈ ਆਇਆ ਤੇ ਕਿਹੜੀ ਚੀਜ਼ 'ਚੋਂ ਪਰਮੇਸ਼ਵਰ ਨੇ ਜਵਾਬ ਦਿੱਤਾ? ਸ਼ੈਤਾਨ ਨੇ ਕਿਹਾ, ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਪੱਥਰ ਨੂੰ ਰੋਟੀ ਬਣਾ ਦੇ। ਜੇ ਤੂੰ ਪਰਮੇਸ਼ਵਰ ਦਾ ਬੇਟਾ, ਆਪਣੇ ਆਪ ਨੂੰ ਨੀਚੇ ਗਿਰਾ ਦੇ ਉਚਾਈ ਤੋਂ। ਤੇਰੇ ਵਚਨ 'ਚ ਲਿਖਿਆ, ਤੇਰੇ ਦੂਤ ਤੈਨੂੰ ਫੜਨਗੇ, ਤੈਨੂੰ ਬਚਾ ਲੈਣਗੇ, ਪਰਮੇਸ਼ਵਰ ਦੇ ਵਚਨ 'ਚ ਲਿਖਿਆ। ਲੇਕਿਨ ਯਿਸੂ ਮਸੀਹ ਨੇ ਕਿਹਾ, ਸ਼ੈਤਾਨ, ਲਿਖਿਆ ਹੈ ਕਿ ਇਨਸਾਨ ਕੱਲੀ ਰੋਟੀ ਨਾਲ ਨਹੀਂ ਪਰ ਪਰਮੇਸ਼ਵਰ ਦੇ ਮੁਖ 'ਚੋਂ ਨਿਕਲੇ ਕੱਲੇ ਵਚਨ ਦੇ ਨਾਲ ਜਿਉਂਦਾ ਰਹੇਗਾ। ਹਾਲੇਲੂਇਆ। ਜਦੋਂ ਅਸੀਂ ਲੂਕਾ ਦੀ ਪੁਸਤਕ ਪੜ੍ਹਦੇ ਹਾਂ ਤਾਂ ਲਿਖਿਆ, ਅੱਜ ਪਰਮੇਸ਼ਵਰ ਨੇ ਕਿਹਾ ਲੇਖ ਪੂਰਾ ਹੋਇਆ। ਕੱਲ ਨਹੀਂ, ਪਰਸੋਂ ਨਹੀਂ, ਅੱਜ ਪੂਰਾ ਹੋਇਆ। ਕਿਉਂ? ਕਿਉਂਕਿ ਇਹ ਵਚਨ ਜੀਵਿਤ ਹੋ ਗਿਆ। ਪਰਮੇਸ਼ਵਰ ਨੇ ਜਦੋਂ ਪੜ੍ਹਿਆ ਇਹਨੂੰ। ਅੱਜ ਅਸੀਂ ਬਿਮਾਰ ਹਾਂ, ਅੱਜ ਅਸੀਂ ਛੁਟਕਾਰਾ ਚਾਹੁੰਦੇ ਹਾਂ, ਕਿੱਥੇ ਲਿਖਿਆ ਬਾਈਬਲ 'ਚ? ਤੁਹਾਡੀ ਉਮਰ ਕਿੰਨੀ ਹੈ? 30 ਸਾਲ, 25 ਸਾਲ, 48 ਸਾਲ? ਕੀ ਤੁਹਾਨੂੰ 48 ਵਚਨ ਯਾਦ ਨੇ ਪਰਮੇਸ਼ਵਰ ਦੇ? ਤੁਹਾਨੂੰ 25 ਵਚਨ ਯਾਦ ਨੇ ਪਰਮੇਸ਼ਵਰ ਦੇ? ਤੁਹਾਡੀ ਉਮਰ 32 ਸਾਲ ਹੈ ਕਿ ਤੁਹਾਨੂੰ 32 ਵਚਨ ਯਾਦ ਨੇ ਪਰਮੇਸ਼ਵਰ ਦੇ? ਕਿੱਦਾਂ ਅਸੀਂ ਪਰਮੇਸ਼ਵਰ ਦੇ ਕੋਲ ਇਮੋਸ਼ਨਲੀ, ਭਾਵਨਾਤਮਕ ਤੌਰ ਤੇ ਜਾਵਾਂਗੇ ਔਰ ਚੰਗਿਆਈ ਨੂੰ ਲੈ ਲਾਂਗੇ ਜੇ ਸਾਨੂੰ ਇਹੀ ਨਹੀਂ ਪਤਾ ਉਹਦੇ ਸੰਵਿਧਾਨ ਦੇ ਵਿੱਚ ਲਿਖਿਆ ਕੀ ਹੈ? ਇਸ ਲਈ ਪਰਮੇਸ਼ਵਰ ਨੇ ਕਿਹਾ ਸੀ ਉਹ ਆਪਣਾ ਵਚਨ ਘੱਲੇਗਾ, ਤੁਹਾਨੂੰ ਚੰਗਾ ਕਰੇਗਾ। ਇੱਕ ਬੰਦਾ ਜਿੰਨਾ ਮਰਜ਼ੀ ਚੰਗਾ ਹੋਏ, ਲੜਾਈ ਦੇ ਮੈਦਾਨ ਦੇ ਵਿੱਚ ਉਹਦਾ ਚੰਗਾਪਨ ਉਹਨੂੰ ਨਹੀਂ ਜਿਤਾਉਂਦਾ, ਉਹਦੀ ਲੜਾਈ ਜਿਤਾਉਂਦੀ। ਇੱਕ ਕ੍ਰਿਸਚਨ ਜਿੰਨਾ ਮਰਜ਼ੀ ਚੰਗਾ, ਇੱਕ ਮਸੀਹੀ ਬੰਦਾ ਜਿੰਨਾ ਮਰਜ਼ੀ ਚੰਗਾ, ਪਰ ਜੇ ਉਹਨੂੰ ਵਚਨ ਦੀ ਨੌਲੇਜ ਨਹੀਂ ਗਈ, ਹੋ ਸਕਦਾ ਉਹ ਜਾਵੇ ਸਵਰਗ ਹੀ, ਕਿਉਂਕਿ ਉਹਦਾ ਉଦ୍ਧਾਰਕਰਤਾ ਯਿਸੂ ਮਸੀਹ ਹੈ। ਪਰ ਇਸ ਦੁਨੀਆ ਦੇ ਵਿੱਚ ਉਹ ਸਫ਼ਰ ਕਰਦਾ ਸਫ਼ਰ ਯਾਨੀ ਦੁੱਖਾਂ ਦੇ ਵਿੱਚ ਹੁੰਦਾ ਹੋਇਆ ਉਹ ਸਵਰਗ ਦੇ ਵਿੱਚ ਜਾਏਗਾ, ਕਿਉਂਕਿ ਉਹਨੂੰ ਪਤਾ ਨਹੀਂ ਕਿ ਮੈਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਕਿੱਥੇ ਹਾਂ ਔਰ ਕਿੱਥੇ ਪਰਮੇਸ਼ਵਰ ਦਾ ਵਚਨ ਮੇਰੇ ਬਾਰੇ ਕੀ ਲਿਖਦਾ ਹੈ। ਹਾਲੇਲੂਇਆ। ਹੁਣ ਜਦੋਂ ਅਸੀਂ ਹਰ ਸੋਮਵਾਰ ਔਰ ਹਰ ਮੰਗਲਵਾਰ ਸਵੇਰ ਨੂੰ ਇਸ ਵਚਨ ਨੂੰ ਸੁਣਾਂਗੇ ਡੀਡੀ ਪੰਜਾਬੀ ਦੇ ਉੱਤੇ, ਇਹ ਵਚਨ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਕੰਮ ਕਰੇਗਾ, ਕਿਉਂਕਿ ਹੁਣ ਤੁਸੀਂ ਜਾਣ ਚੁੱਕੇ ਹੋ ਕਿ ਵਚਨ ਕਿਉਂ ਜ਼ਰੂਰੀ ਹੈ। ਪਵਿੱਤਰ ਆਤਮਾ ਕਿੱਦਾਂ ਉਤਰਿਆ? ਵਚਨ ਦੇ ਦੁਆਰਾ ਫਿਰ ਕਿੱਦਾਂ ਉਹ ਪਵਿੱਤਰ ਆਤਮਾ ਨੇ ਪਰਿਪੂਰਨ ਹੋਏ? ਜਦੋਂ ਵਚਨ ਦੇ ਵਿੱਚੋਂ ਪ੍ਰਾਰਥਨਾ ਕਰ ਰਹੇ ਸੀ। ਅੱਜ ਅਸੀਂ ਦੇਖਦੇ ਹਾਂ ਕਿ ਹਾਂ, ਪਤਰਸ ਪ੍ਰਾਰਥਨਾ ਕਰ ਰਿਹਾ ਸੀ, 120 ਲੋਕ ਪ੍ਰਾਰਥਨਾ ਕਰ ਰਹੇ ਸੀ, ਪੈਂਟੀਕੋਸ ਦੇ ਦਿਨ ਪ੍ਰਾਰਥਨਾ ਕਰ ਰਹੇ ਤੇ ਪਵਿੱਤਰ ਆਤਮਾ ਉਤਰਿਆ। ਪੈਂਟੀਕੋਸ ਦੇ ਦਿਨ ਦੇ ਕਾਰਨ ਪਵਿੱਤਰ ਆਤਮਾ ਨਹੀਂ ਉਤਰਿਆ ਉਹਨਾਂ ਦੇ ਉੱਤੇ। ਜਿਹੜੇ ਲੋਕ ਪੈਂਟੀਕੋਸ ਦਾ ਤਿਉਹਾਰ ਮਨਾ ਰਹੇ ਸਨ ਉਹ ਬਾਹਰ ਸਨ। ਜਿਹੜੇ ਲੋਕ ਪੈਂਟੀਕੋਸ ਦਾ ਤਿਉਹਾਰ ਨਹੀਂ ਮਨਾ ਰਹੇ ਸਨ ਉਹ ਅੰਦਰ ਸਨ ਤੇ ਪ੍ਰਾਰਥਨਾ ਕਰ ਰਹੇ ਸਨ। ਜਿਹੜੇ ਲੋਕ ਮਨਾ ਰਹੇ ਸਨ ਉਹ ਬਾਹਰ ਸਨ। ਤੇ ਜਦੋਂ ਪਵਿੱਤਰ ਆਤਮਾ ਉਤਰਿਆ, ਜਿਹੜੇ ਲੋਕ ਮਨਾ ਰਹੇ ਸੀ ਉਹ ਕਹਿੰਦੇ ਕੀ ਹੋ ਰਿਹਾ, ਇਹ ਨਸ਼ਾ ਕਰਕੇ ਬੈਠੇ ਆ, ਇਹ ਹੈਗੇ ਤਾਂ ਇੱਥੇ ਦੇ, ਪਰ ਮੇਰੀ ਭਾਸ਼ਾ ਇਹ ਕਿੱਦਾਂ ਜਾਣਦੇ ਜਦ ਕਿ ਇਹ ਕਿਤੇ ਬਾਹਰ ਨਹੀਂ ਗਏ ਦੇਸ਼ ਤੋਂ। ਤੇ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਵਚਨ ਪੂਰਾ ਹੋਇਆ ਜਿਹੜਾ ਪਤਰਸ ਕਲੇਮ ਕਰ ਰਿਹਾ ਸੀ ਕਿ ਪਰਮੇਸ਼ਵਰ ਤੇਰੇ ਵਚਨ 'ਚ ਲਿਖਿਆ ਅੰਤਲੇ ਦਿਨਾਂ 'ਚ ਤੂੰ ਆਪਣਾ ਆਤਮਾ ਸਭ ਮਨੁੱਖਾਂ ਦੇ ਉੱਤੇ ਉੰਡੇਲੇਗਾ। ਕੱਲੀ ਗਵਾਹੀ ਨਾ ਦੇਖੋ, ਕੱਲਾ ਚਮਤਕਾਰ ਨਾ ਦੇਖੋ, ਜਿਹੜਾ ਲੋਕਾਂ ਦੀ ਜ਼ਿੰਦਗੀ 'ਚ ਪਰਮੇਸ਼ਵਰ ਕਰਦਾ ਉਹਦੇ ਪਿੱਛੇ ਉਹਦਾ ਕਾਰਨ ਦੇਖੋ। ਪਵਿੱਤਰ ਆਤਮਾ ਦੇ ਉਤਰਨ ਦਾ ਕਾਰਨ ਕੀ ਸੀਗਾ ਕਿ ਪਤਰਸ
ਪ੍ਰਾਰਥਨਾ ਕਰ ਰਿਹਾ ਵਚਨ ਦੇ ਵਿੱਚੋਂ ਕਿ ਪਰਮੇਸ਼ਵਰ ਤੇਰੇ ਵਚਨ 'ਚ ਲਿਖਿਆ ਅੰਤਲੇ ਦਿਨ 'ਚ ਤੂੰ ਆਪਣਾ ਆਤਮਾ ਸਭ ਮਨੁੱਖਾਂ ਦੇ ਉੱਤੇ ਉੰਡੇਲੇਗਾ, ਤੇਰੇ ਬੇਟੇ ਬੇਟੀਆਂ ਭਵਿੱਖਬਾਣੀਆਂ ਕਰਨਗੀਆਂ। ਤੇਰੇ ਵਚਨ 'ਚ ਯੋਏਲ 2:28 ਦੇ ਵਿੱਚ ਲਿਖਿਆ। ਤੁਹਾਨੂੰ ਪਤਾ ਹੈ ਇੱਕ ਗੱਲ ਦਾ, ਚੇਲਿਆਂ ਨੇ ਯਿਸੂ ਮਸੀਹ ਦਾ ਪ੍ਰਚਾਰ ਪੁਰਾਣੇ ਨਿਯਮ 'ਚੋਂ ਕੀਤਾ। ਉਦੋਂ ਨਵਾਂ ਨਿਯਮ ਨਹੀਂ ਸੀ। ਉਹ ਯਿਸੂ ਮਸੀਹ ਦਾ ਪ੍ਰਚਾਰ ਪੁਰਾਣੇ ਨਿਯਮ 'ਚੋਂ ਆਇਤਾਂ ਲੱਭ ਕੇ ਖੋਜ ਕੇ ਕਰਦੇ ਸਨ। ਜਿਸ ਤਰ੍ਹਾਂ ਯਸ਼ਾਇਆ ਦੀ ਪੁਸਤਕ 'ਚ ਯਿਸੂ ਮਸੀਹ ਬਾਰੇ ਲਿਖਿਆ ਕਿ ਪਰਮੇਸ਼ਵਰ ਆਏਗਾ, ਕੁਆਰੀ ਗਰਭਵਤੀ ਹੋਏਗੀ। ਉਹ ਵਚਨ ਨੂੰ ਜਾਣਦੇ ਸਨ, ਇਸ ਲਈ ਸਾਮਰਥੀ ਸਨ। ਵਚਨ ਨੂੰ ਜਾਣਦੇ ਸਨ, ਇਸ ਲਈ ਪਰਮੇਸ਼ਵਰ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਕੰਮ ਕਰਦਾ। ਉਹ ਵਚਨ ਨੂੰ ਜਾਣਦੇ ਸਨ, ਇਸ ਲਈ ਉਹਨਾਂ ਦੀ ਪਰਮੇਸ਼ਵਰ ਦੀ ਸਾਮਰਥ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਸੀ। ਇਸ ਲਈ ਉਹ ਲੋਕਾਂ ਨੂੰ ਚੰਗਾ ਕਰ ਸਕਦੇ ਸਨ, ਮੁਰਦਿਆਂ ਨੂੰ ਜ਼ਿੰਦਾ ਕਰ ਸਕਦੇ ਸਨ। ਕਿਉਂ? ਕਿਉਂਕਿ ਪਰਮੇਸ਼ਵਰ ਦੇ ਵਚਨ ਨੂੰ ਉਹ ਜਾਣਦੇ ਸਨ। ਇੱਕ ਗੱਲ ਯਾਦ ਰੱਖਿਓ, ਤੁਹਾਡੀ ਜ਼ਿੰਦਗੀ 'ਚ ਤੁਹਾਨੂੰ ਜੋ ਵੀ ਚਾਹੀਦਾ ਉਹ ਇਸ ਵਚਨ ਦੇ ਵਿੱਚ ਹੈ। ਜੋ ਵੀ ਤੁਹਾਨੂੰ ਚਾਹੀਦਾ, ਜੋ ਵੀ ਨਾਮ ਲਓ ਕਿਸੇ ਵੀ ਚੀਜ਼ ਦਾ, ਉਹ ਇਸ ਵਚਨ ਦੇ ਵਿੱਚ ਹੈ। ਅਗਰ ਤੁਹਾਨੂੰ ਪਤਾ ਹੈ ਕਿ ਤੁਹਾਡੀ ਜ਼ਿੰਦਗੀ ਦੇ ਪ੍ਰਤੀ ਹੋ ਸਕਦਾ ਜਦੋਂ ਤੁਸੀਂ ਬਾਈਬਲ ਨੂੰ ਪੜ੍ਹੋ ਤੁਹਾਨੂੰ ਸੇਮ ਸਿਚੁਏਸ਼ਨ ਦਾ ਵਚਨ ਨਾ ਲੱਭੇ, ਪਰ ਤੁਹਾਨੂੰ ਮੇਲ ਖਾਂਦਾ ਵਚਨ ਬਾਈਬਲ 'ਚ ਜ਼ਰੂਰ ਲੱਭੇਗਾ। ਤੁਹਾਡੀ ਪਰਿਸਥਿਤੀਆਂ ਨਾਲ, ਤੁਹਾਡੇ ਦੁੱਖਾਂ ਨਾਲ ਮੇਲ ਖਾਂਦਾ ਵਚਨ ਜਦੋਂ ਤੁਸੀਂ ਪੜ੍ਹੋਗੇ, ਪਰਮੇਸ਼ਵਰ ਦਾ ਆਤਮਾ ਤੁਹਾਨੂੰ ਜ਼ਰੂਰ ਛੂਏਗਾ। ਜੋ ਤੁਸੀਂ ਵਚਨ ਨੂੰ ਲੈ ਕੇ ਪਰਮੇਸ਼ਵਰ ਦੇ ਸਾਹਮਣੇ ਪ੍ਰਾਰਥਨਾ ਕਰੋਗੇ, ਪਰਮੇਸ਼ਵਰ ਨੂੰ ਸੁਣਨੀ ਪੈਣੀ ਤੁਹਾਡੀ, ਕਿਉਂਕਿ ਉਹ ਆਪਣੇ ਵਚਨ ਦਾ ਇਨਕਾਰ ਨਹੀਂ ਕਰ ਸਕਦਾ। ਉਹ ਆਪਣੇ ਵਚਨ ਨੂੰ ਕਿੱਦਾਂ ਛੱਡੇਗਾ? ਉਹਦੇ ਵਚਨ 'ਚ ਲਿਖਿਆ ਕਿ ਤੂੰ ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦੇਵਾਂਗਾ। ਉਹਦੇ ਵਚਨ 'ਚ ਲਿਖਿਆ ਉਹਦੇ ਕੋੜੇ ਖਾਣ ਨਾਲ ਹੀ ਚੰਗੇ ਹੋ ਚੁੱਕੇ ਆ। ਜਿਹੜਾ ਘਟੀ ਦੇ ਵਿੱਚ ਆ, ਉਹਦੇ ਵਚਨ 'ਚ ਲਿਖਿਆ ਕਿ ਯਹੋਵਾ ਮੇਰਾ ਚਰਵਾਹਾ ਹੈ, ਮੈਨੂੰ ਘਟੀ ਨਾ ਹੋਏਗੀ। ਪਰ ਜੇ ਉਹ ਵਚਨ ਅਸੀਂ ਪਰਮੇਸ਼ਵਰ ਦੇ ਸਾਹਮਣੇ ਕਲੇਮ ਕਰਾਂਗੇ, ਪ੍ਰਮਾਣ ਦੇਵਾਂਗੇ, ਬਾਈਬਲ 'ਚ ਲਿਖਿਆ ਹੀ ਪਰਮੇਸ਼ਵਰ ਨੇ ਕਿਹਾ ਆਪਣਾ ਪ੍ਰਮਾਣ ਦਿਓ, ਆਪਣੇ ਪ੍ਰੂਫ ਦਿਓ, ਆਪਣਾ ਮੁਕੱਦਮਾ ਲੜੋ। ਇਮੋਸ਼ਨਲ ਨਹੀਂ, ਭਾਵਨਾਤਮਕ ਤੌਰ ਤੇ ਨਹੀਂ, ਪਰ ਵਚਨ ਦੇ ਵਿੱਚੋਂ ਹੋ ਕੇ ਮੇਰੇ ਸਾਹਮਣੇ ਆਓ। ਹਾਲੇਲੂਇਆ। ਆਓ ਅਸੀਂ ਹੁਣ ਪ੍ਰਾਰਥਨਾ ਕਰੀਏ। ਆਪਣੀਆਂ ਅੱਖਾਂ ਨੂੰ ਬੰਦ ਕਰੋ। ਉਹਨਾਂ ਬਿਮਾਰਾਂ ਲਈ, ਉਹਨਾਂ ਲੋਕਾਂ ਲਈ ਜਿਹੜੇ ਪਰਮੇਸ਼ਵਰ 'ਚ ਵਧਣਾ ਚਾਹੁੰਦੇ ਨੇ, ਉਹਦੇ ਗਿਆਨ ਦੇ ਵਿੱਚ, ਉਹਦੀ ਸਾਮਰਥ, ਉਹਦੀ ਆਤਮਾ ਦੇ ਵਿੱਚ ਆਓ ਪ੍ਰਾਰਥਨਾ ਕਰੀਏ। ਸਰਵ ਸ਼ਕਤੀਮਾਨ ਪਰਮੇਸ਼ਵਰ, ਮੈਂ ਪ੍ਰਾਰਥਨਾ ਕਰਦਾ ਹਾਂ ਸਭ ਸੁਣਨ ਵਾਲਿਆਂ ਵਾਸਤੇ, ਜਿੱਥੇ ਵੀ ਤੇਰੇ ਲੋਕ ਇਸ ਪ੍ਰੋਗਰਾਮ ਨੂੰ ਸੁਣਨ, ਇੰਟਰਨੈਟ ਤੇ ਸੁਣਨ, ਤੇਰਾ ਪਵਿੱਤਰ ਆਤਮਾ ਉਹਨਾਂ ਨੂੰ ਛੂਏ। ਜਿਸ ਤਰ੍ਹਾਂ ਬਾਈਬਲ 'ਚ ਲਿਖਿਆ ਕਿ ਉਹ ਦਿਨ ਆਉਣਗੇ ਜਦ ਸਾਰੀ ਪ੍ਰਿਥਵੀ ਪਰਮੇਸ਼ਵਰ ਦੀ ਮਹਿਮਾ ਦੇ ਨਾਲ ਭਰਪੂਰ ਹੋ ਜਾਵੇਗੀ। ਛੋਟੇ ਤੋਂ ਵੱਡੇ ਤੱਕ ਸਭ ਜਾਣਗੇ, ਤੇਰੇ ਗਿਆਨ ਦੇ ਨਾਲ ਭਰ ਜਾਣਗੇ। ਮੇਰਾ ਵਿਸ਼ਵਾਸ ਹੈ ਕਿ ਉਹ ਦਿਨ ਆ ਚੁੱਕੇ ਹਨ ਮੇਰੇ ਪਿਤਾ ਪਰਮੇਸ਼ਵਰ। ਸਭ ਸੁਣਨ ਵਾਲਿਆਂ ਨੂੰ ਆਸ਼ੀਸ਼ਿਤ ਕਰੋ, ਤੇਰਾ ਪਵਿੱਤਰ ਆਤਮਾ ਇਹਨਾਂ ਨੂੰ ਛੂਏ। ਸਭ ਬਿਮਾਰ ਤੇਰੇ ਨਾਮ 'ਚ ਚੰਗੇ ਹੋਣ, ਇਹਨਾਂ ਦੀ ਬਿਮਾਰੀਆਂ ਜਾਣ। ਪਰਮੇਸ਼ਵਰ ਤੁਹਾਨੂੰ ਚੰਗਾ ਕਰ ਰਿਹਾ ਇਸ ਟਾਈਮ। ਤੁਹਾਡਾ ਰੋਗ ਤੁਹਾਡੇ ਪੇਟ ਦੇ ਵਿੱਚ, ਔਰ ਪਰਮੇਸ਼ਵਰ ਤੁਹਾਨੂੰ ਛੂ ਰਹੇ ਨੇ। ਪਰਮੇਸ਼ਵਰ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਅੰਧਕਾਰ ਦੀਆਂ ਸ਼ਕਤੀਆਂ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਕੰਮ ਨਾ ਕਰ ਸਕਣ। ਪਰਮੇਸ਼ਵਰ ਦਾ ਆਤਮਾ ਤੁਹਾਡੇ ਹਰ ਮੁਸੀਬਤ ਤੋਂ ਤੁਹਾਨੂੰ ਆਜ਼ਾਦ ਕਰੇ, ਆਪਣੇ ਵਚਨ ਨੂੰ ਭੇਜੇ ਔਰ ਤੁਹਾਨੂੰ ਚੰਗਾ ਕਰੇ। ਤੁਹਾਡੇ ਸਰੀਰ ਚੰਗੇ ਹੋਣ, ਤੁਹਾਡੇ ਪਰਿਵਾਰ ਉद्धार ਨੂੰ ਪਾਣ, ਮੁਕਤੀ ਨੂੰ ਪਾਣ, ਯਿਸੂ ਮਸੀਹ ਨੂੰ ਗ੍ਰਹਿਣ ਕਰਨ ਔਰ ਪਰਮੇਸ਼ਵਰ ਦੇ ਗਿਆਨ ਦੇ ਵਿੱਚ ਵਧਦੇ ਜਾਣ। ਜਿਸ ਤਰ੍ਹਾਂ ਬਾਈਬਲ 'ਚ ਲਿਖਿਆ ਪਰਮੇਸ਼ਵਰ ਧਰਮਜ਼ਾਤ ਨੂੰ ਬਦਲਣ ਨਹੀਂ, ਸਾਨੂੰ ਬਦਲਣ ਦੇ ਲਈ ਆਏ। ਪਰਮੇਸ਼ਵਰ ਤੁਹਾਨੂੰ, ਤੁਹਾਡੀ ਜ਼ਿੰਦਗੀਆਂ ਨੂੰ, ਤੁਹਾਡੇ ਪਰਿਵਾਰਾਂ ਨੂੰ, ਤੁਹਾਡੇ ਮੁਹੱਲਿਆਂ ਨੂੰ, ਤੁਹਾਡੇ ਨਗਰਾਂ ਨੂੰ ਬਦਲਣ ਔਰ ਆਪਣੇ ਗਿਆਨ ਨਾਲ ਭਰਪੂਰ ਕਰਨ। ਯਿਸੂ ਮਸੀਹ ਦੇ ਸਾਮਰਥੀ ਨਾਮ 'ਚ ਮੈਂ ਫਿਰ ਤੁਹਾਨੂੰ ਆਸ਼ੀਸ਼ਿਤ ਕਰਦਾ। ਪਰਮੇਸ਼ਵਰ ਤੁਹਾਡੀ ਪ੍ਰਾਰਥਨਾ ਨੂੰ ਸੁਣੇ ਔਰ ਉਹਦਾ ਉੱਤਰ ਦੇਵੇ, ਔਰ ਤੁਸੀਂ ਇੱਕ ਗਵਾਹੀ ਦੇ ਨਾਲ ਜਲਦ ਵਾਪਸ ਆ ਸਕੋ। ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਅਸੀਂ ਮੰਗਦੇ ਹਾਂ, ਆਮੀਨ, ਆਮੀਨ। ਕੱਲ ਅਸੀਂ ਫਿਰ ਮਿਲਾਂਗੇ ਇਸੇ ਟਾਈਮ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ, ਇਸੇ ਟੌਪਿਕ ਨੂੰ ਲੈ ਕੇ ਕਿ ਕਿਉਂ ਪਰਮੇਸ਼ਵਰ ਦਾ ਵਚਨ ਸਾਡੀ ਜ਼ਿੰਦਗੀਆਂ ਦੇ ਵਿੱਚ ਜ਼ਰੂਰੀ ਹੈ। ਜਦੋਂ ਅਸੀਂ ਇਹ ਸੁਣਾਂਗੇ, ਮੇਰਾ ਵਿਸ਼ਵਾਸ ਹੈ ਅਸੀਂ ਸੇਮ ਨਹੀਂ ਰਵਾਂਗੇ। ਕੱਲ ਇਨਵਾਈਟ ਕਰਕੇ ਰੱਖੋ ਆਪਣੇ ਲੋਕਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਤਾਂ ਕਿ ਪਰਮੇਸ਼ਵਰ ਦਾ ਵਚਨ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਪਹੁੰਚ ਸਕੇ। ਸਾਰਿਆਂ ਨੂੰ ਜੈ ਮਸੀਹ ਦੀ। ਅੰਕੁਰ ਨਰੂਲਾ ਮਿਨਿਸਟਰੀ ਦੇਸ਼ ਭਰ ਵਿੱਚ ਪਰਮੇਸ਼ਵਰ ਦੇ ਪਿਆਰ ਅਤੇ ਕਿਰਪਾ ਨੂੰ ਪਹੁੰਚਾ ਰਹੀ ਹੈ। ਤੁਸੀਂ ਵੀ ਇਸ ਸ਼ੁਭ ਕੰਮ ਵਿੱਚ ਸਾਡੀ ਸਹਾਇਤਾ ਕਰ ਦੂਸਰਿਆਂ ਦੇ ਜੀਵਨਾਂ ਵਿੱਚ ਬਰਕਤਾਂ ਲਿਆਉਣ ਦਾ ਕਾਰਨ ਬਣ ਸਕਦੇ ਹੋ। ਤੁਸੀਂ ਆਪਣੀਆਂ ਦਾਨ ਰਾਸ਼ੀਆਂ ਨੂੰ ਚੈੱਕ, ਡਰਾਫਟ, ਮਨੀ ਆਰਡਰ ਜਾਂ ਬੈਂਕ ਦੇ ਦੁਆਰਾ ਅੰਕੁਰ ਨਰੂਲਾ ਮਿਨਿਸਟਰੀ ਸੁਸਾਇਟੀ ਦੇ ਨਾਂ ਤੇ ਇਸ ਪਤੇ ਤੇ ਭੇਜ ਸਕਦੇ ਹੋ। ਸਾਡਾ ਪਤਾ ਹੈ ਦੀ ਚਰਚ ਆਫ ਸਾਇੰਸ ਐਂਡ ਵੰਡਰਸ, ਪਿੰਡ ਖਾਂਬਰਾ, ਨੇੜੇ ਟੀਵੀ ਟਾਵਰ,
ਨਕੋਦਰ ਰੋਡ ਜਲੰਧਰ 144026। ਵਧੇਰੇ ਜਾਣਕਾਰੀ ਲਈ ਅਤੇ ਪ੍ਰਾਰਥਨਾ ਕਰਾਉਣ ਲਈ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।